Good afternoon, everyone. Welcome to Bala Education Point. ਬਾਲ ਐਜੂਕੇਸ਼ਨ ਪੁਆਇੰਟ ਦੇ ਆਨਲਾਈਨ ਪਲੇਟਫਾਰਮ ਤੇ ਮੈਂ ਤੁਹਾਡਾ ਸਭ ਦਾ ਸਵਾਗਤ ਕਰਦਾ। ਅੱਜ ਦੀ ਜੋ ਬੇਸਿਕਲੀ ਵੀਡੀਓ ਬਾਲ ਐਜੂਕੇਸ਼ਨ ਪੁਆਇੰਟ ਤੇ ਕਰਨੀ ਤੋਂ ਰਹੇਗੀ ਉਹ ਤੁਹਾਡੀ ਆਪਣੀ ਪੀਟੀਆਈ ਦੀ ਜਿਹੜੀ 2000 ਵੈਕੈਂਸੀਜ਼ ਜਦੋਂ ਮਰਜ਼ੀ ਗਵਰਨਮੈਂਟ ਦੇ ਕੰਨੀ ਤੋਂ ਉਹਦਾ ਨੋਟੀਫਿਕੇਸ਼ਨ ਜਾਂ ਅਨਾਉਂਸਮੈਂਟ ਕੀਤਾ ਜਾ ਸਕਦਾ ਹੈ। ਜੋ ਵੀਡੀਓਜ਼ ਅੱਜ ਬਾਲ ਐਜੂਕੇਸ਼ਨ ਪੁਆਇੰਟ ਤੇ ਕਰਨੀ ਤੋਂ ਤੁਹਾਨੂੰ ਸਭ ਨੂੰ ਦਿੱਤੀ ਜਾ ਰਹੀ ਹੈ। ਅੱਜ ਜੋ ਫਿਜ਼ੀਕਲ ਜੋ ਡੀਪੀ ਮਾਸਟਰਸ ਦੀ ਪੀਟੀਆਈ 2000 ਪੋਸਟਾਂ ਨਿਕਲਣੀਆਂ ਨੇ ਉਹਦੇ ਉੱਤੇ ਹੀ ਰਹੇਗੀ। ਸਿਲੇਬਸ ਜੋ ਗਵਰਨਮੈਂਟ ਡਿਕਲੇਅਰ ਕਰੂਗੀ ਉਸ ਟਾਈਮ ਹੀ ਸਿਲੇਬਸ ਦਾ ਪਤਾ ਲੱਗੇਗਾ ਕਿ ਸਿਲੇਬਸ ਦਾ ਪੁਰਾਣੇ ਸਿਲੇਬਸ ਦੇ ਨਾਲ ਜਾਂ ਨਵੇਂ ਸਿਲੇਬਸ ਦੇ ਵਿੱਚ ਕੋਈ ਨਾ ਕੋਈ ਚੇਂਜਸ ਕੀਤੀ ਗਈਆਂ ਕਿ ਨਹੀਂ ਕੀਤੀ ਗਈਆਂ। ਅੱਜ ਪੁਰਾਣੇ ਸਿਲੇਬਸ ਦੇ ਅਕੋਰਡਿੰਗ ਤੁਹਾਡਾ ਆਪਣਾ ਟੌਪਿਕ ਹੈ ਜਿਹਦੇ 'ਚ ਇੱਕ ਟੌਪਿਕ ਮੈਂਸ਼ਨ ਕੀਤਾ ਹੈ ਕਿ ਹਿਊਮਨ ਬੋਡੀ ਦਾ ਸਟਰਕਚਰ ਕੀ ਹੋਏਗਾ। ਅੱਜ ਉਸ ਦੇ ਰਿਲੇਟਡ ਤੁਹਾਡੀ ਆਪਣੀ ਵੀਡੀਓਜ਼ ਪੀਟੀਆਈ ਦੇ ਉੱਤੇ ਰਹੇਗੀ। ਜਿਹੜੇ ਬੱਚੇ ਨੂੰ ਐਕਚੁਅਲ ਦੇ ਵਿੱਚ ਪਿਛਲੇ ਸਾਲ ਉਹ ਨਹੀਂ ਭਰ ਸਕਿਆ ਜਾਂ ਵੈਕੈਂਸੀਜ਼ ਆਊਟ ਹੋਈਆਂ ਸੀ, ਬੱਚੇ ਨੂੰ ਨਹੀਂ ਪਤਾ ਲੱਗੀਆਂ, ਤਾਂ ਜੁੜਦੇ ਰਹੀਓ ਬਾਲ ਐਜੂਕੇਸ਼ਨ ਪੁਆਇੰਟ ਦੇ ਨਾਲ। ਇਹਦਾ ਇੱਕ WhatsApp ਗਰੁੱਪ ਵੀ ਤੁਹਾਨੂੰ ਨੀਚੇ ਲਿੰਕ ਦੇ ਵਿੱਚ ਮਿਲ ਜਾਏਗਾ। ਬੱਚੇ ਉਹਨਾਂ ਦੇ ਵਿੱਚ ਐਡ ਹੋ ਸਕਦੇ ਨੇ। WhatsApp ਗਰੁੱਪ ਤੁਹਾਨੂੰ ਨੀਚੇ ਇੱਕ ਲਿੰਕ ਦੇ ਵਿੱਚ ਮਿਲ ਜਾਏਗਾ ਨੀਚੇ। ਠੀਕ ਹੈ ਜੀ। ਵੱਧ ਤੋਂ ਵੱਧ ਇਸ ਵੀਡੀਓ ਨੂੰ ਲਾਈਕ ਕਰਨਾ, ਕਮੈਂਟ ਕਰਨਾ, ਅਗਰ ਕੋਈ ਡਾਊਟ ਹੈ ਤਾਂ ਪੁੱਛਦੇ ਰਹਿਣਾ। ਉਸ ਤੋਂ ਬਾਅਦ ਅਗਰ ਇੱਕ ਟੌਪਿਕ ਦੇ ਵਿੱਚ ਵੀ ਤੁਹਾਨੂੰ ਨਹੀਂ ਦਿੱਤਾ ਸਮਝ ਆ ਰਿਹਾ ਤਾਂ ਉਹ ਤੁਸੀਂ ਰੈਗੂਲਰ ਤਰੀਕੇ ਨਾਲ ਪੁੱਛਦੇ ਜਾਓਗੇ। ਬਾਲ ਐਜੂਕੇਸ਼ਨ ਪੁਆਇੰਟ ਦੇ ਨੀਚੇ ਜਿਹੜਾ ਕੰਟੈਕਟ ਨੰਬਰ ਉਹ ਨੀਚੇ ਮੈਂਸ਼ਨ ਵੀ ਕੀਤਾ ਹੋਇਆ ਹੈ ਔਰ ਮੇਰੇ ਕੰਨੀ ਤੋਂ ਤੁਹਾਨੂੰ ਸ਼ੋ ਵੀ ਕੀਤਾ ਜਾ ਰਿਹਾ ਹੈ। ਇਹ ਕੰਟੈਕਟ ਨੰਬਰ ਹੈਗਾ 9646810103 10103। ਇਹ ਤੁਹਾਡਾ ਆਪਣਾ ਕੰਟੈਕਟ ਨੰਬਰ ਹੈ। ਇਸ ਉੱਤੇ ਤੁਸੀਂ ਜੋ ਵੀ ਆਪਣੇ ਡਾਊਟਸ ਨੇ ਜਾਂ ਕੁਝ ਪੁੱਛਣਾ ਚਾਹੁੰਦੇ ਹੋ ਤਾਂ ਪੁੱਛ ਸਕਦੇ ਹੋ। ਅੱਜ ਦਾ ਟੌਪਿਕ ਹਿਊਮਨ ਬੋਡੀ ਦੇ ਉੱਤੇ ਹੈ। ਹਿਊਮਨ ਬੋਡੀ ਦਾ ਸਟਰਕਚਰ ਦੇ ਉੱਤੇ ਹੈ, ਜਿਸ ਦੇ ਵਿੱਚ ਟੋਟਲ 6 ਟੌਪਿਕਸ ਤੁਹਾਨੂੰ ਪੁੱਛੇ ਜਾਂਦੇ ਨੇ। ਡਾਈਜੈਸਟਿਵ ਸਿਸਟਮ ਕੀ ਹੁੰਦਾ ਹੈ, ਰੈਸਪੀਰੇਟਰੀ ਸਿਸਟਮ ਕੀ ਹੋਏਗਾ, ਨਰਵਸ ਸਿਸਟਮ ਕੀ ਹੋਏਗਾ। ਅੱਜ ਦਾ ਮੈंने ਜੋ ਟੌਪਿਕ ਚੂਜ਼ ਕੀਤਾ ਤੁਹਾਡੇ ਦੇ ਨਾਲ ਔਰ ਡਾਈਜੈਸਟਿਵ ਸਿਸਟਮ ਉੱਤੇ ਕੀਤਾ ਹੈ। ਪਹਿਲੀ ਗੱਲ ਤਾਂ ਡਾਈਜੈਸਟਿਵ ਸਿਸਟਮ ਤੁਹਾਨੂੰ ਸਭ ਨੂੰ ਪਤਾ ਹੈ ਕਿ ਪਾਚਨ ਪ੍ਰਣਾਲੀ ਕਿਸ ਤਰ੍ਹਾਂ ਦੀ ਹੋਏਗੀ ਜਾਂ ਪਾਚਨ ਦੀ ਜਿਹੜੀ ਕਿਰਿਆ ਉਹ ਕਿਸ ਤਰ੍ਹਾਂ ਦੀ ਹੁੰਦੀ ਹੈ, ਜਾਂ ਜਿਹੜਾ ਸਾਡਾ ਆਪਣਾ ਫੂਡ ਹੈ ਉਹ ਕਿਸ ਤਰ੍ਹਾਂ ਡਾਈਜੈਸਟ ਹੋਏਗਾ, ਕਿਸ ਤਰ੍ਹਾਂ ਉਹ ਹਜਮ ਹੋਏਗਾ, ਜਾਂ ਕਹਿ ਸਕਦੇ ਆ ਉਹ ਸਮਾਲ ਪਾਰਟਸ ਵਿੱਚ ਕਿਸ ਤਰ੍ਹਾਂ ਉਹਨੂੰ ਚਬਾ ਕੇ ਸਾਰੀ ਨਿਊਟ੍ਰੀਸ਼ਨ ਜੋ ਹੁੰਦੇ ਨੇ ਆਪਣੇ ਜੋ ਬੋਡੀ ਦੇ ਸੈਲਸ ਨੂੰ ਰਿਪੇਅਰ ਕਰਦੀਆਂ ਨੇ, ਉਹਨੂੰ ਗਰੋਥ ਵਿੱਚ ਪਾਉਂਦੀਆਂ ਨੇ, ਬੋਡੀ ਨੂੰ એનર્ਜੀ ਦਿੰਦੀਆਂ ਨੇ, ਉਸ ਸਭ ਦੀ ਇੱਕ ਪ੍ਰੋਸੈਸ ਕੀ ਹੋਏਗੀ। ਅੱਜ ਦੀ ਜੋ ਵੀਡੀਓਜ਼ ਤੁਹਾਡੀ ਮੇਰੇ ਨਾਲ ਰਹੇਗੀ ਡਾਈਜੈਸਟਿਵ ਸਿਸਟਮ ਉੱਤੇ, ਉਹ 'ਚ ਆਪਾਂ ਗੱਲ ਕਰਾਂਗੇ ਆਰਡਰ ਆਫ ਸੀਕੁਐਂਸ ਦੀ, ਵੀ ਕਿੰਨੀ ਤਰੀਕੇ ਦੇ ਨਾਲ ਜਿਹੜਾ ਤੁਹਾਡਾ ਆਪਣਾ ਡਾਈਜੈਸਟਿਵ ਸਿਸਟਮ ਹੈ ਉਹ ਕੰਮ ਕਰਦਾ ਹੈ, ਮਤਲਬ ਆਰਡਰ ਦੀ ਗੱਲ ਕੀਤੀ ਜਾਏਗੀ। ਔਰ ਇਹਦੇ ਆਰਗਨਸ ਦੀ ਗੱਲ ਕਰਾਂਗੇ ਕਿ ਇੱਕ ਡਾਈਜੈਸ਼ਨ ਦੇ ਵਿੱਚ ਕਿਹੜੇ ਕਿਹੜੇ ਆਰਗਨ ਹੈਲਪਫੁਲ ਹੁੰਦੇ ਨੇ ਤਾਂ ਕਿ ਫੰਕਸ਼ਨਰੀ ਪਾਰਟ ਦੀ ਗੱਲ ਕੀਤੀ ਜਾ ਸਕੇ। ਠੀਕ ਹੈ ਜੀ। ਪਹਿਲੀ ਗੱਲ ਤਾਂ ਮੈंने ਕੁਐਸਚਨ ਦੇ ਵਿੱਚ ਤੁਹਾਨੂੰ ਪਹਿਲਾ ਪੁਆਇੰਟ ਇਹੀ ਪੁੱਛ ਲਿਆ, ਵਾਟ ਇਜ਼ ਡਾਈਜੈਸ਼ਨ। ਇੱਕ ਪਾਚਨ ਹੁੰਦਾ ਕੀ ਹੈ। ਤੁਹਾਨੂੰ ਸਭ ਨੂੰ ਇੱਕ ਪਿਕਚਰ ਦਿਖਾਈ ਦੇ ਰਹੀ ਹੋਏਗੀ ਜਿਹਦੇ ਵਿੱਚ ਇੱਕ ਮੇਲ ਜੈਂਡਰ ਹੈ ਜੋ ਖਾਣਾ ਨੂੰ ਚੰਗ ਕਰ ਰਹੇ ਨੇ, ਖਾ ਰਹੇ ਨੇ ਆਪਣੀ ਮਾਊਥ ਦੀ ਪ੍ਰੋਸੈਸ ਦੇ ਨਾਲ। ਮਤਲਬ ਜਿਹੜਾ ਸਟਾਰਟਿੰਗ ਪੁਆਇੰਟ ਹੈ ਸਾਡੇ ਵਾਸਤੇ ਕੀ ਹੋਊਗਾ, ਉਹ ਮਾਊਥ ਹੀ ਹੋਊਗਾ। ਤਾਂ ਮੈਂ ਗੱਲ ਕੀਤੀ ਸੀ ਟੌਪਿਕ ਨੂੰ ਲੈ ਕੇ ਕਿ ਇਹਦੇ ਵਿੱਚ ਆਪਾਂ ਸੀਕੁਐਂਸ ਦੀ ਗੱਲ ਕਰਾਂਗੇ ਕਿ ਇੱਕ ਜਿਹੜਾ ਖਾਣਾ ਹਜਮ ਹੁੰਦਾ ਉਹ ਕਿਸ ਵੇ ਨਾਲ ਹੋਊਗਾ, ਮਤਲਬ ਕੋਈ ਨਾ ਕੋਈ ਆਰਡਰ ਹੋਏਗਾ। ਉਸ ਟੌਪਿਕ ਦੇ ਵਿੱਚ ਅੱਜ ਦਾ ਇੰਪੋਰਟੈਂਟ ਪੁਆਇੰਟ ਸਿਰਫ ਸਾਡਾ ਆਪਣਾ ਇਹੀ ਰਹੇਗਾ। ਤਾਂ ਕੁਐਸਚਨ ਸੀਗਾ ਵਾਟ ਇਜ਼ ਡਾਈਜੈਸ਼ਨ। ਤਾਂ ਡਾਈਜੈਸ਼ਨ ਕੀ ਹੋਏਗਾ, ਤਾਂ ਤੁਹਾਨੂੰ ਸਭ ਨੂੰ ਪਤਾ ਹੈ ਜਦੋਂ ਅਸੀਂ ਫੂਡ ਇਨਟੇਕ ਕਰਦੇ ਹਾਂ, ਮਤਲਬ ਜਦੋਂ ਫੂਡ ਨੂੰ ਅਸੀਂ ਖਾਣ ਦੀ ਕੋਸ਼ਿਸ਼ ਕਰਦੇ ਹਾਂ ਉਹ ਕਾਫੀ ਸਾਰੀ ਕੰਪਲੈਕਸ ਫਾਰਮ ਦੇ ਵਿੱਚ ਹੁੰਦਾ ਹੈ। ਕੰਪਲੈਕਸ ਫਾਰਮ ਮਤਲਬ ਚਪਾਤੀ ਖਾਂਦੇ ਆ ਤਾਂ ਇਹ ਤਾਂ ਹੈ ਨਹੀਂ ਕਿ ਚਪਾਤੀ ਜਾਂਦੇ ਸਾਰ ਆਪਣੇ ਮਤਲਬ ਸਟਮਕ ਦੇ ਵਿੱਚ ਡਾਈਜੈਸਟ ਹੋ ਜਾਏਗੀ, ਨਹੀਂ, ਤਾਂ ਕੰਪਲੈਕਸ ਫਾਰਮ ਦੇ ਵਿੱਚ ਪਾਇਆ ਜਾਂਦਾ ਹੈ। ਜਿਹੜਾ ਮਾਊਥ ਹੁੰਦਾ ਤੁਹਾਡਾ ਆਪਣਾ ਉਹ ਇਸ ਕੰਪਲੈਕਸ ਫਾਰਮ ਨੂੰ ਚੰਗੀ ਤਰੀਕੇ ਦੇ ਨਾਲ ਬ੍ਰੇਕ ਡਾਊਨ ਕਰਦਾ ਹੈ ਔਰ ਸਮਾਲ ਪਾਰਟੀਕਲਸ ਦੇ ਵਿੱਚ ਇਸ ਨੂੰ ਕੀ ਕਰ ਦਿੰਦਾ ਹੈ, ਚੇਂਜ ਕਰ ਦਿੰਦਾ ਹੈ। ਸਮਾਲ ਪਾਰਟੀਕਲਸ ਮਤਲਬ ਕਹਿਣ ਦਾ ਮਤਲਬ ਮੈਂ ਸਿਰਫ ਇਹੀ ਕਹੂੰਗਾ ਕਿ ਇੱਕ ਸਿੰਪਲ ਨਿਊਟ੍ਰੀਸ਼ਨ ਦੇ ਵਿੱਚ ਚੇਂਜ ਕਰ ਦਿੰਦਾ ਹੈ ਇਸ ਚੀਜ਼ ਨੂੰ, ਤਾਂ ਕਿ ਜਿਹੜੇ ਸਾਡੇ ਅੰਦਰ ਟਿਸ਼ੂਜ਼ ਨੇ ਜਾਂ ਸੈੱਲ ਰਿਪੇਅਰ ਹੋ ਸਕੇ, ਬੋਡੀ ਨੂੰ ਗਰੋਥ ਮਿਲ ਸਕੇ ਜਾਂ એનર્ਜੀ ਹੋ ਸਕੇ, ਮਿਲ ਸਕੇ। ਤਾਂ ਇਸ ਚੀਜ਼ ਦੇ ਨਾਲ ਅਸੀਂ ਗੱਲ ਕਰਾਂਗੇ ਡਾਈਜੈਸ਼ਨ ਦੀ ਪ੍ਰਣਾਲੀ ਨੂੰ। ਤਾਂ ਡੈਫੀਨੇਸ਼ਨ ਤੁਹਾਡੀ ਜਿਹੜੀ ਦਿੱਤੀ ਹੋਈ ਆ ਉਹ ਇਹੀ ਚੀਜ਼ ਦਿੱਤੀ ਹੈ ਕਿ ਡਾਈਜੈਸ਼ਨ ਸਾਡੇ ਵਾਸਤੇ ਇੱਕ ਪ੍ਰੋਸੈਸ ਦਾ ਕੰਮ ਕਰਦੀ ਹੈ। ਇੱਕ ਪ੍ਰੋਸੈਸ ਹੈ ਜਿਹਦੇ ਵਿੱਚ ਜਿਹੜਾ ਸਾਡਾ ਆਪਣਾ ਕੰਪਲੈਕਸ ਫੂਡ ਹੁੰਦਾ ਉਹ ਕਿਹਦੇ ਵਿੱਚ ਕਨਵਰਟ ਹੋਊਗਾ, ਕੰਪਲੈਕਸ ਫੂਡ ਕਨਵਰਟ ਹੋ ਜਾਂਦਾ ਕਿਹਦੇ ਵਿੱਚ, ਸਿੰਪਲ ਨਿਊਟ੍ਰੀਐਂਟਸ ਦੇ ਵਿੱਚ। ਇਹੀ ਜਿਹੜੇ ਨਿਊਟ੍ਰੀਐਂਟਸ ਨੇ ਉਹ ਬਲੱਡ ਦੇ ਵਿੱਚ ਅਬਜ਼ਰਵ ਹੋ ਜਾਂਦੇ ਨੇ। ਤੁਹਾਨੂੰ ਸਭ ਨੂੰ ਪਤਾ ਵੇਨਸ ਰਾਹੀਂ ਸਾਡੇ ਆਪਣੇ ਬਲੱਡਸ ਦੇ ਵਿੱਚ ਕੀ ਹੋ ਜਾਂਦੇ ਨੇ, ਇਹ ਆਪਣੇ ਟਰਾਂਸਫਾਰਮ ਹੋ ਜਾਂਦੇ ਨੇ, ਜਾਂ ਕਹਿ ਸਕਦੇ ਆ ਕਿ ਇਹਦੇ ਵਿੱਚ ਕਨਵਰਟ ਹੋ ਜਾਂਦੇ ਨੇ।
ठीक है, जिस करके ਜਿਹੜੀ ਬੋਡੀ ਹੈ ਇਹਨਾਂ ਬਲੱਡ ਟਿਸ਼ੂਜ਼ ਨੂੰ ਜਾਂ ਬਲੱਡ ਸਟ੍ਰੀਮ ਨੂੰ ਯੂਜ਼ ਕਰੂਗੀ ਕਾਰੇ ਵਾਸਤੇ, ਬੋਡੀ ਨੂੰ એનર્ਜੀ ਦੇਣ ਦੇ ਵਾਸਤੇ, मतलब ग्रोथ हो मिल सके। और ਜਿਹੜੇ अपने अंदर ਜਿਹੜੀ ਸੈੱਲ ਦੀ मतलब ਜਿਹੜੇ ਸੈੱਲ ਬ੍ਰੇਕਆਊਟ ਹੋ ਚੁੱਕੇ ਸੀ, ਡਾਊਨ ਹੋ ਚੁੱਕੇ ਸੀ, ਉਹਨਾਂ ਦੀ ਰਿਪੇਅਰ ਕਰ ਸਕੇ। ਠੀਕ ਹੈ ਜੀ, ਤਾਂ ਰਿਪੀਟ ਕਰ ਰਹੇ ਹਾਂ, ਜਿਹੜਾ ਇੱਕ ਕੰਪਲੈਕਸ ਫੂਡ ਅਸੀਂ ਇਨਟੇਕ ਕਰਦੇ ਆ, ਉਹ ਜਿਹੜਾ ਕੰਪਲੈਕਸ ਫੂਡ ਹੁੰਦਾ ਹੈ ਉਹ ਇੱਕ ਤਰ੍ਹਾਂ ਦਾ ਕਨਵਰਟ ਹੋ ਜਾਂਦਾ ਸਿੰਪਲ ਨਿਊਟ੍ਰੀਐਂਟਸ ਦੇ ਵਿੱਚ, ਜੋ ਬੋਡੀ ਨੂੰ ਹੈਲਪਫੁਲ ਕਰਦਾ ਕਾਰਨ ਵਾਸਤੇ, ਰਿਪੇਅਰ ਕਰਨ ਵਾਸਤੇ, ਜਾਂ ਰਿਪੇਅਰ ਕਰਦਾ ਜਾਂ એનર્ਜੀ ਪ੍ਰੋਵਾਈਡ ਕਰਦਾ ਔਰ ਮੈਕਸਿਮਮ ਗਰੋਥ ਪ੍ਰੋਵਾਈਡ ਕੀਤੀ ਜਾਂਦੀ ਹੈ। ਠੀਕ ਹੈ, ਜਾਂ ਦੂਸਰੀ ਫਾਰਮ ਦੇ ਵਿੱਚ ਮੈਂ ਇਹਨੂੰ ਇੱਕ ਡੈਫੀਨੇਸ਼ਨ ਤੌਰ ਤੇ ਤੁਹਾਡੇ ਸਾਹਮਣੇ ਸ਼ੋਅ ਕੀਤਾ ਹੋਇਆ ਹੈ, ਤੇ ਨੀਚੇ ਲਿਖਿਆ ਕੀ ਹੈ, ਕਨਵਰਟਿੰਗ ਕੰਪਲੈਕਸ ਫੂਡ ਇਨਟੂ ਦਾ ਸਿੰਪਲ ਨਿਊਟ੍ਰੀਐਂਟਸ, ਜਿਹਦੇ ਵਿੱਚ ਤੁਸੀਂ ਆਪਣਾ ਕਹਿਣ ਦਾ ਮਤਲਬ ਜਿਹੜਾ ਫੂਡ ਹੁੰਦਾ ਹੈ ਉਹ ਇੱਕ ਬਲੱਡ ਸਿਸਟਮ ਦੇ ਰਾਹੀਂ ਅਬਜ਼ਰਵ ਹੋ ਜਾਂਦਾ ਹੈ, ਤਾਂ ਕਿ ਜਿਹੜੀ ਅੰਦਰ ਰਿਪੇਅਰ ਚੱਲਦੀ ਵੀ ਹੈ ਉਹਨੂੰ ਠੀਕ ਕੀਤਾ ਜਾ ਸਕੇ, ਬੋਡੀ ਨੂੰ ਗਰੋਥ ਮਿਲ ਸਕੇ, ਜਾਂ ਬਾਅਦ ਤੋਂ ਬਾਅਦ એનર્ਜੀ ਪ੍ਰੋਵਾਈਡ ਕੀਤੀ ਜਾ ਸਕੇ। ਠੀਕ ਹੈ ਜੀ, ਹੁਣ ਜਿਹੜਾ ਡਾਈਜੈਸਟਿਵ ਸਿਸਟਮ ਹੈ ਉਹ ਬਿਨਾਂ ਔਰਗਨਸ ਤੋਂ ਜਾਂ ਫੰਕਸ਼ਨਿੰਗ ਔਰਗਨਸ ਤੋਂ ਤਾਂ ਬਿਨਾਂ ਕੰਮ ਕਰ ਨਹੀਂ ਸਕਦਾ, ਉਹਦੇ ਵਾਸਤੇ ਸਾਨੂੰ ਔਰਗਨਸ ਚਾਹੀਦੇ ਨੇ। ਤਾਂ ਓਬਵੀਅਸ ਮੇਨ ਜਿਹੜੀ ਡਾਈਜੈਸਟਿਵ ਸਿਸਟਮ ਦੇ ਵਿੱਚ ਫੂਡ ਨੂੰ ਡਾਈਜੈਸਟ ਕਰਨ ਦੇ ਵਾਸਤੇ ਜਿਹੜੇ ਤੁਹਾਡੇ ਆਪਣੇ ਔਰਗਨਸ ਕੰਮ ਕਰਦੇ ਨੇ, ਉਹ ਦੋ ਤਰ੍ਹਾਂ ਦੇ ਕੰਮ ਹੁੰਦੇ ਨੇ, ਮਤਲਬ ਦੋ ਤਰ੍ਹਾਂ ਦੇ ਔਰਗਨਸ ਹੁੰਦੇ ਨੇ। ਉਹ ਕਿਹੜੇ ਕਿਹੜੇ ਨੇ? ਇੱਕ ਤਾਂ ਫਸਟ ਵਨ ਸਾਡੇ ਵਾਸਤੇ ਐਲੀਮੈਂਟਰੀ ਕੈਨਾਲ ਹੈ, ਠੀਕ ਹੈ, ਔਰ ਦੂਸਰਾ ਤੁਹਾਡੇ ਵਾਸਤੇ ਕਿਹੜਾ ਅਸੈਸਰੀ ਔਰਗਨਸ ਹੈ, ਇਹ ਧਿਆਨ ਰੱਖਣਾ। ਹੁਣ ਇਹਨਾਂ ਦੀ ਜਿਹੜੀ ਲਿਸਟ ਦਿੱਤੀ ਹੋਈ ਹੈ, ਐਲੀਮੈਂਟਰੀ ਕੈਨਾਲ ਦੇ ਵਿੱਚ ਕਿਹੜੇ ਕਿਹੜੇ ਮੇਨ ਔਰਗਨਸ ਨੇ ਔਰ ਅਸੈਸਰੀ ਔਰਗਨਸ ਦੇ ਵਿੱਚ ਕਿਹੜੇ ਕਿਹੜੇ ਮੇਨ ਨੇ, ਉਹ ਤੁਹਾਡੇ ਸਾਹਮਣੇ ਇੱਕ ਬੜੀ ਸਾਡੀ ਲਿਸਟ ਦਿੱਤੀ ਵੀ ਹੈ ਰਾਈਟ ਸਾਈਡ ਤੇ ਵੀ ਔਰ ਲੈਫਟ ਸਾਈਡ ਤੇ, ਜਿਹਦੇ ਵਿੱਚ ਮਾਊਥ ਤੋਂ ਲੈ ਕੇ ਅਸੀਂ ਗੱਲ ਕਰਾਂਗੇ ਸਾਡੇ ਆਪਣੇ ਐਨਸ ਤੱਕ, ਉਸ ਤੋਂ ਬਾਅਦ ਅਸੈਸਰੀ ਔਰਗਨ 'ਚ ਗੱਲ ਕਰਾਂਗੇ ਆਪਾਂ ਲੀਵਰ ਤੋਂ ਲੈ ਕੇ ਆਪਣੇ ਟੀਥ ਤੱਕ। ਟੀਥ ਦਾ ਕੀ ਕੰਮ ਹੁੰਦਾ ਹੈ, ਮੋਲਰਸ ਕੀ ਹੁੰਦੇ ਨੇ, ਪ੍ਰੀ ਮੋਲਰਸ ਕੀ ਹੁੰਦੇ ਨੇ, ਇਨਸੀਜ਼ਰਸ ਕੀ ਹੁੰਦੇ ਨੇ, ਸਲੈਵਰੀ ਗ੍ਰਾਈਂਡਸ ਕੀ ਹੁੰਦੀਆਂ ਨੇ, ਪੈਨਕ੍ਰੀਅਸ ਕੀ ਹੁੰਦਾ ਹੈ, ਗੋਲ ਬਲੈਡਰ ਕੀ ਹੁੰਦਾ ਹੈ, ਇਹਨਾਂ ਚੀਜ਼ਾਂ ਦੀ ਆਪਾਂ ਫਿਲਹਾਲ ਅੱਜ ਦੇ ਟੌਪਿਕ ਦੇ ਵਿੱਚ ਪੂਰੀ ਗੱਲ ਕਰਾਂਗੇ। ਇੱਕ ਨੈਸੈਸਰੀ ਔਰਗਨਸ ਨੇ ਜੋ ਫੂਡ ਨੂੰ ਡਾਈਜੈਸਟ ਕਰਨ ਦੇ ਵਾਸਤੇ ਕੀ ਹੈ, ਹੈਲਪਫੁਲ ਨੇ, ਜਾਂ ਹੋਣਾ ਵੀ ਅਗਰ ਮੈਂ ਮੰਨ ਕੇ ਚੱਲਣਾ ਅਗਰ ਕਹੀਏ ਤਾਂ ਇੱਕ ਫੰਕਸ਼ਨਰੀ ਪਾਰਟ ਨੇ ਜੋ ਮਾਊਥ ਤੋਂ ਲੈ ਕੇ ਟਿਲ ਐਨਸ ਤੱਕ ਤੁਹਾਡੇ ਆਪਣੇ ਫੂਡਸ ਨੂੰ ਕੀ ਕਰਦੇ ਨੇ, ਅਬਜ਼ਰਵ ਕਰਦੇ ਨੇ, ਜਿਸ ਕਰਕੇ ਬੋਡੀ ਨੂੰ એનર્ਜੀ ਮਿਲਦੀ ਹੈ, ਗਰੋਥ ਮਿਲਦੀ ਹੈ, ਔਰ ਜਿਹੜੇ ਤੁਹਾਡੇ ਆਪਣੇ ਟਿਸ਼ੂਸ ਨੇ ਸੈਲਸ ਦੀ ਰਿਪੇਅਰ ਕੀਤੀ ਜਾਂਦੀ ਹੈ। ਆਓ ਇੱਕ ਇੱਕ ਕਰਕੇ ਇਹਨਾਂ ਔਰਗਨਸ ਦੀ ਗੱਲ ਕਰਾਂਗੇ ਜੋ ਮੈਨੇ ਸੀਕੁਐਂਸ ਆਰਡਰ ਦੇ ਵਿੱਚ ਵੀ ਤੁਹਾਨੂੰ ਦਿਖਾ ਰੱਖੇ ਨੇ। ਤਾਂ ਔਰਗਨਸ ਔਰ ਡਾਈਜੈਸਟਿਵ ਸਿਸਟਮ ਤੁਹਾਡੇ ਵਾਸਤੇ ਕਿਹੜੇ ਨੇ? ਟਿਲ ਮਤਲਬ ਕਿ ਇਹਨੇ ਜਿਹੜੀ ਪ੍ਰੋਸੈਸ ਹੈ ਉਹ ਸਟਾਰਟ ਕਿੱਥੋਂ ਹੋਊਗੀ? ਸਟਾਰਟ ਹੋਊਗੀ ਤੁਹਾਡੀ ਆਪਣੇ ਮਾਊਥ ਤੋਂ, ਠੀਕ ਹੈ, ਪ੍ਰੋਸੈਸ ਸਟਾਰਟ ਕਿੱਥੋਂ ਹੋਊਗੀ? ਆਪਣੇ ਮਾਊਥ ਤੋਂ। ਔਰ ਇਹ ਜਿਹੜਾ ਐਂਡ ਹੈ ਮਤਲਬ ਜਿਹੜੀ ਵਰਕਿੰਗ ਹੈ, ਜਦੋਂ ਇੱਕ ਕਹਿ ਸਕਦੇ ਹਾਂ ਜਿਹਨੂੰ ਅਸੀਂ ਵੇਸਟ ਮਟੀਰੀਅਲ ਬੋਲ ਸਕਦੇ ਹਾਂ, ਜਾਂ ਜੋ ਉਹ ਫੂਡ ਜਿਹਦੀ ਕੋਈ ਲੋੜ ਨਹੀਂ ਹੈਗੀ ਬੋਡੀ ਦੇ ਵਾਸਤੇ, ਉਹ ਫੂਡ ਜਿਹੜਾ ਹੈਗਾ ਬਾਹਰ ਨਿਕਲੂਗਾ, ਕਹਿ ਸਕਦੇ ਹਾਂ ਕਿ ਉਹ ਛੋੜ ਦਿੱਤਾ ਜਾਂਦਾ ਸਰੀਰ ਦੁਆਰਾ। ਮਤਲਬ ਉਹ ਕਿੱਥੇ ਜਾ ਕੇ ਕਦੋਂ ਨਿਕਲੂਗਾ, ਕਿਵੇਂ ਨਿਕਲੂਗਾ, ਉਹ ਸਾਰੀ ਸੀਕੁਐਂਸ ਦੀ ਗੱਲ ਕਰਾਂਗੇ। ਮਾਊਥ ਤੋਂ ਸਟਾਰਟ ਹੁੰਦਾ ਹੈ ਔਰ ਟਿਲ ਕਿੱਥੇ ਤੱਕ ਇਹਦੀ ਪ੍ਰੋਸੈਸ ਐਂਡ ਹੋ ਜਾਂਦੀ ਹੈ, ਗੁੱਦੇ ਤੱਕ, ਜਿਹਨੂੰ ਅਸੀਂ ਕੀ ਬੋਲਦੇ ਹਾਂ, ਐਨਿਊਸ ਬੋਲਦੇ ਹਾਂ। ਰੈਕਟਮ ਐਨਿਊਸ ਦੋਨੋਂ ਸੇਮ ਹੀ ਨੇ, ਲੇਕਿਨ ਹਲਕਾ ਜਿਹਾ ਪ੍ਰੋਸੈਸ ਹੈ, ਉਹ ਵੀ ਤੁਹਾਨੂੰ ਦੱਸੂਗਾ ਕੀ ਮਤਲਬ ਡਿਫਰੈਂਸ ਕੀ ਹੈ। ਮੇਨਲੀ ਪੰਜਾਬੀ 'ਚ ਤਾਂ ਸੇਮ ਮੈਂਸ਼ਨ ਕੀਤਾ ਹੋਇਆ ਹੈ, ਲੇਕਿਨ ਐਕਚੁਅਲੀ ਸਾਇੰਟੀਫਿਕ ਫੰਕਸ਼ਨ ਇਹਨਾਂ ਦਾ ਕੁਝ ਹੋਰ ਹੁੰਦਾ ਹੈ। ਠੀਕ ਹੈ, ਹੁਣ ਅਗਰ ਮੈਂ ਸਿਕੁਐਂਸ਼ੀਅਲ ਆਰਡਰ ਦੀ ਗੱਲ ਕਰਾਂ, ਇਹ ਸਿਕੁਐਂਸ਼ੀਅਲ ਆਰਡਰ ਹੀ ਨੇ। ਪਹਿਲਾ ਮਾਊਥ ਹੋਊਗਾ ਸਟਾਰਟਿੰਗ ਤੇ, ਸੈਕਿੰਡ ਤੇ ਤੁਹਾਡਾ ਆਪਣਾ ਥਰੋਟ ਹੋ ਜਾਊਗਾ, ਥਰਡ ਤੇ ਓਸੀਫੈਗਸ ਹੋ ਜਾਊਗਾ, ਜਿਹਨੂੰ ਅਸੀਂ ਇੱਕ ਫੂਡ ਪਾਈਪ ਵੀ ਬੋਲਦੇ ਹਾਂ। ਠੀਕ ਹੈ, ਪਾਈਪ ਦੀ ਫਾਰਮ ਦੇ ਵਿੱਚ ਹੀ ਹੁੰਦੀ ਹੈ। ਫੋਰਥ ਪੁਆਇੰਟ ਸਾਡੇ ਵਾਸਤੇ ਸਟਮਕ ਹੈ। ਉਸ ਤੋਂ ਫਿਫਥ ਦੇ ਵਿੱਚ ਆਪਾਂ ਸਮਾਲ ਇੰਟੈਸਟਾਈਨ ਦੀ ਗੱਲ ਕਰਾਂਗੇ, ਔਰ ਇਹਦਾ ਸਮੋਲ ਕਿਉਂ ਕਿਹਾ ਜਾਂਦਾ ਹੈ, ਕਿਸ ਵਾਸਤੇ ਕਿਹਾ ਜਾਂਦਾ ਹੈ, ਉਹਦੀ ਵੀ ਫਿਲਹਾਲ ਗੱਲ ਕਰਾਂਗੇ। ਠੀਕ ਹੈ, ਇਹਦੇ ਵਿੱਚ ਤਿੰਨ ਅੱਗੇ ਔਰਗਨ ਮੇਨ ਔਰਗਨਸ ਨੇ ਸਮਾਲ ਇੰਟੈਸਟਾਈਨ ਦੇ, ਜਿਵੇਂ ਲੀਵਰ ਦਿੱਤਾ ਹੋਇਆ ਹੈ, ਗੋਲ ਬਲੈਡਰ ਦਿੱਤਾ ਹੋਇਆ ਹੈ, ਪੈਨਕ੍ਰੀਆਸ ਦਿੱਤੇ ਹੋਏ ਨੇ। ਠੀਕ ਹੈ, ਉਸ ਤੋਂ ਬਾਅਦ ਸਿਕਸਥ ਪੁਆਇੰਟ ਆ ਤੁਹਾਡੇ ਵਾਸਤੇ ਲਾਰਜ ਇੰਟੈਸਟਾਈਨ। ਹੁਣ ਇਹਦਾ ਨਾਮ ਲਾਰਜ ਕਿਉਂ ਹੈ, ਉਹਦਾ ਨਾਮ ਸਮੋਲ ਕਿਉਂ ਹੈ, ਡਿਫਰੈਂਸ ਕੀ ਹੈ ਦੋਨਾਂ ਦੇ ਵਿੱਚ, ਉਹ ਵੀ ਗੱਲ ਕਰੂੰਗਾ ਤੁਹਾਡੇ ਨਾਲ। ਉਸ ਤੋਂ ਬਾਅਦ ਸੈਵਨਥ ਆਰਡਰ ਦੇ ਵਿੱਚ ਰੱਖਿਆ ਜਾਂਦਾ ਰੈਕਟਮ, ਔਰ 8th ਪੁਆਇੰਟ 'ਚ ਰੱਖਿਆ ਜਾਂਦਾ ਤੁਹਾਡਾ ਆਪਣਾ ਐਨਿਊਸ, ਮਤਲਬ ਜਿਹਨੂੰ ਅਸੀਂ ਕੀ ਬੋਲਦੇ ਆ, ਗੁੱਦਾ ਬੋਲਦੇ ਆ। ਅਗਰ ਤੁਹਾਨੂੰ ਪਿਕਚਰ ਰਾਈ ਸਮਝ ਆ ਰਹੀ ਹੈ ਤਾਂ ਤੁਹਾਡੇ ਸਾਹਮਣੇ ਪਿਕਚਰਸ ਵੀ ਦਿਖਾ ਰੱਖੀਆਂ ਨੇ, ਮੈਂਸ਼ਨ ਕੀਤੀ ਹੋਈਆਂ ਨੇ, ਕਿੱਥੇ ਸਾਡਾ ਆਪਣਾ ਡਾਈਜੈਸਟਿਵ ਸਿਸਟਮ ਦਾ ਆਰਡਰ ਸਟਾਰਟ ਹੋਊਗਾ ਔਰ ਕਿੱਥੇ ਜਾ ਕੇ ਕੀ ਹੋ ਜਾਊਗਾ, ਇਹ ਖਤਮ ਹੋ ਜਾਊਗਾ। ਠੀਕ ਹੈ, ਬਾਇਲੋਜੀਕੇਸ਼ਨ ਪੁਆਇੰਟ ਦੇ ਜਿਹੜੇ ਨੋਟਸ ਨੇ ਇਸੇ ਤਰੀਕੇ ਨਾਲ ਤੁਹਾਨੂੰ ਸਾਰੇ ਦਿਖਾ ਰੱਖੇ ਨੇ। ਸਾਰੀ ਚੀਜ਼ਾਂ ਬਾਈ ਲੈਂਗੁਏਜ ਦਿੱਤਾ ਹੈ, ਪੰਜਾਬੀ 'ਚ ਵੀ ਹੈ, ਉਹ ਤੁਹਾਡਾ ਆਪਣਾ ਇੰਗਲਿਸ਼ 'ਚ ਵੀ ਹੈ। ਹਰੇਕ ਚੈਪਟਰ ਦੇ MCQs ਦਿੱਤੇ ਜਾਣਗੇ, ਨੋਟਸ ਪ੍ਰੋਵਾਈਡ ਕੀਤੇ ਜਾਣਗੇ। ਆਨਲਾਈਨ ਲੈਕਚਰ ਜਿਹੜੇ ਹੈਗੇ ਤੁਹਾਡੇ ਆਪਣੇ ਸਟਾਰਟ ਕੀਤੇ ਜਾ ਰਹੇ ਨੇ ਮੰਡੇ ਤੋਂ। ਕਲੀਅਰ ਹੈ ਜੀ? ਨੈਕਸਟ ਆਓ, ਹੁਣ ਆਪਾਂ ਗੱਲ ਕਰਾਂ ਫਸਟ ਪ੍ਰੋਸੈਸ ਦੇ ਅਕੋਰਡਿੰਗ। ਫਸਟ ਆਉਂਦਾ ਤੁਹਾਡਾ ਮੇਰੇ ਨਾਲ ਮਾਊਥ। ਹੁਣ ਅਗਰ ਆਪਾਂ ਮਾਊਥ ਦੀ ਗੱਲ ਕਰੀਏ ਤਾਂ ਤੁਹਾਨੂੰ ਸਭ ਨੂੰ ਪਤਾ ਹੈ ਮਾਊਥ ਨੂੰ ਅਸੀਂ ਪੰਜਾਬੀ 'ਚ ਮੂੰਹ ਬੋਲਦੇ ਨੇ ਆ,
ठीक है। लेकिन साइंटिफिक नेम याद रखने ने क्योंकि फिजिकल एजुकेशन है, ठीक है, इस करके माउथ सिंपल तरीके ਨਾਲ नहीं पूछा जा सकता, ਇਹਨੂੰ ਉਹਦੇ ਸਾਇੰਟਿਫਿਕ ਨੇਮ ਨਾਲ ਵੀ ਤੁਸੀਂ ਆਪਣਾ ਪ੍ਰਭਾਵਿਤ ਕਰ ਸਕਦੇ ਹੋ, ਡਿਫਾਈਨ ਕੀਤਾ ਜਾ ਸਕਦਾ ਹੈ। ਤਾਂ ਯਾਨੀ ਕਿ ਫਸਟ ਸੀਕੁਐਂਸ ਆਰਡਰ ਦੇ ਅਕੋਰਡਿੰਗ ਆ ਜਾਂਦਾ ਤੁਹਾਡਾ ਆਪਣਾ ਮਾਊਥ ਨੂੰ ਅਸੀਂ ਕੀ ਬੋਲਦੇ ਹਾਂ? ਮਾਊਥ ਨੂੰ ਅਸੀਂ ਔਰਲ ਕੈਵਿਟੀ ਵੀ ਬੋਲਦੇ ਹਾਂ ਔਰ ਇਸ ਨੂੰ ਅਸੀਂ ਬਿਊਕਲ ਕੈਵਿਟੀ ਵੀ ਬੋਲਦੇ ਹਾਂ। ਇਹ ਦੋ ਨਾਮ ਯਾਦ ਰੱਖੀਏ, ਔਰਲ ਕੈਵਿਟੀ ਔਰ ਤੁਹਾਡਾ ਆਪਣਾ ਬਿਊਕਲ ਕੈਵਿਟੀ। ਹੁਣ ਜਿਹੜਾ ਮਾਊਥ ਹੈ ਉਹਦਾ ਮੇਨ ਫੰਕਸ਼ਨ ਕੀ ਹੋਏਗਾ? ਤੁਹਾਨੂੰ ਸਭ ਨੂੰ ਪਤਾ ਹੈ, ਫੂਡ ਨੂੰ ਇਨਟੇਕ ਕਰਨਾ, ਮਤਲਬ फूड ਨੂੰ ਲੈਣਾ ਜਾਂ ਗ੍ਰਹਿਣ ਕਰਨਾ, ਇੰਜੈਕਟ ਕਰਨਾ, ਠੀਕ ਹੈ, ਜਾਂ ਫਿਰ ਫੂਡ ਹੋ ਜੇ ਜਾਂ ਤੁਹਾਡੇ ਵਾਸਤੇ ਕੀ ਹੋ ਜੇ ਕੋਈ ਵੀ ਡਰਿੰਕ, ਮਤਲਬ ਜਦੋਂ ਅਸੀਂ ਪਾਣੀ ਪੀਂਦੇ ਆ ਜਾਂ ਕੋਈ ਵੀ ਸੌਫਟ ਡਰਿੰਕ ਲੈਂਦੇ ਆ ਜਾਂ ਹਾਰਡ ਡਰਿੰਕ ਲੈਂਦੇ ਆ, ਉਸ ਚੀਜ਼ ਨੂੰ ਕੀ ਕਰਦੀ ਹੈ? ਇਨਟੇਕ ਕਰਦੀ ਹੈ, ਲੈਂਦੀ ਹੈ ਮਾਊਥ ਸਿਰਫ, ਠੀਕ ਹੈ। ਹੁਣ ਮਾਊਥ ਦੇ ਵਿੱਚ ਵੀ ਤੁਹਾਨੂੰ ਸਭ ਨੂੰ ਪਤਾ ਮਾਊਥ ਇੱਕ ਮੇਨ ਔਰਗਨ ਹੈ ਫੂਡ ਨੂੰ ਡਾਈਜੈਸਟ ਕਰਨ ਵਾਸਤੇ, ਲੇਕਿਨ ਇਹ ਜਿਹੜਾ ਮੇਨ ਔਰਗਨ ਹੈ ਇਹ ਆਪਣੀ ਅਸੈਸਰੀ ਔਰਗਨ ਦੇ ਨਾਲ ਵੀ ਕੀ ਕਰਦਾ? ਕੰਮ ਕਰਦਾ ਹੈ। ਇਸ 'ਚ ਅਸੈਸਰੀ ਔਰਗਨਸ ਕਿਹੜੀ ਹੁੰਦੀਆਂ ਨੇ ਉਹ ਵੀ ਪਤਾ ਹੋਣੇ ਜ਼ਰੂਰੀ ਨੇ। ਟੋਟਲ ਤੁਹਾਡੀ ਆਪਣੀ ਜਿਹੜੀ ਅਸੈਸਰੀ ਔਰਗਨਸ ਨੇ 3 ਟਾਈਪ ਦੀ ਹੁੰਦੀਆਂ ਨੇ। ਕਿੰਨੇ ਟਾਈਪ ਦੀ ਹੋਣਗੀ ਤੁਹਾਡੀ ਆਪਣੀਆਂ ਅਸੈਸਰੀ ਔਰਗਨਸ? ਇਹ ਧਿਆਨ ਰੱਖਣਾ, ਮਾਊਥ ਦੀ ਅਸੈਸਰੀ ਔਰਗਨਸ ਟੋਟਲ ਕਿੰਨੀਆਂ ਨੇ ਤੁਹਾਡੀਆਂ ਆਪਣੀਆਂ? 3 ਨੇ। ਉਹ ਕਿਹੜੀਆਂ ਨੇ? ਉਸ 'ਚ ਟੀਥ ਹੋ ਗਏ, ਉਸ ਤੋਂ ਬਾਅਦ ਟੰਗ ਆ ਗਿਆ ਔਰ ਲਾਸਟ ਨੂੰ ਤੁਹਾਡਾ ਕਿਹੜਾ ਆਊਗਾ? ਸਲਾਈਵਰੀ ਗਲੈਂਡਸ। ਹੁਣ ਅੱਗੇ ਤੁਹਾਨੂੰ ਇਹ ਵੀ ਪਤਾ ਹੋਣਾ ਜ਼ਰੂਰੀ ਹੈ, ਟੀਥ ਦੇ ਵਿੱਚ ਤੁਹਾਡੇ ਆਪਣੇ ਮਤਲਬ 30 to 32 ਟੀਥ ਹੀ ਹੁੰਦੇ ਨੇ, ਦੰਦ 32 ਹੁੰਦੇ ਨੇ। ਉਸ 'ਚ ਵੀ ਅੱਗੇ 32 ਦੀ ਮਤਲਬ ਬਾਈਫਰਕੇਸ਼ਨ ਕੀਤੀ ਗਈ ਹੈ ਵੀ 32 'ਚ ਕਿਹੜੀ ਚੀਜ਼ਾਂ ਐਕਸਿਸਟ ਹੁੰਦੀਆਂ ਨੇ, ਕੰਸਿਸਟ ਹੁੰਦੀਆਂ ਨੇ, ਤਾਂ ਤੁਹਾਨੂੰ ਉਹ ਵੀ ਪਤਾ ਹੋਣਾ ਜ਼ਰੂਰੀ ਹੈ। ਤਾਂ ਆਓ ਸਲਾਈਵਰੀ ਗਲੈਂਡ ਤੋਂ ਬਾਅਦ ਆਪਾਂ ਟੀਥ ਦੀ ਗੱਲ ਕਰੀਏ। ਤਾਂ ਟੀਥ ਦਾ ਮਤਲਬ ਮੇਨ ਜਿਹੜਾ ਤੁਹਾਡਾ ਆਪਣਾ ਫੰਕਸ਼ਨ ਹੁੰਦਾ ਕੀ ਹੁੰਦਾ? ਜਿਹੜਾ ਆਪਾਂ ਖਾਣਾ ਇਨਟੇਕ ਕਰਦੇ ਆ, ਤੁਹਾਨੂੰ ਸਭ ਨੂੰ ਪਤਾ ਹੈ ਜਿਹੜਾ ਦੰਦ ਨੇ ਉਹ ਸਾਡੇ 'ਚ ਆਪਣੇ ਫੂਡ ਨੂੰ ਸਮੋਲ ਪੀਸਿਸ ਦੇ ਵਿੱਚ ਕੀ ਕਰਦੇ ਨੇ? ਬ੍ਰੇਕ ਡਾਊਨ ਕਰਦੇ ਨੇ, ਤੋੜਦੇ ਨੇ, ਠੀਕ ਹੈ, ਤਾਂ ਕਿ ਉਹ ਖਾਣਾ ਸਾਡੇ ਜਿਹੜਾ ਟੀਥ ਰਾਹੀਂ ਨੈਕਸਟ ਜਿਹੜਾ ਸਾਡਾ ਜੰਕਸ਼ਨ ਹੋਊਗਾ ਜਾਂ ਸਾਡੇ ਵਾਸਤੇ ਪੈਨਕ੍ਰੀਅਸ ਹੋ ਗਿਆ, ਸਮੋਲ ਇੰਟੈਸਟਾਈਨ ਹੋ ਗਿਆ ਜਾਂ ਓਸੀਫੈਗਸ ਹੋ ਗਿਆ, ਉਹਦੇ ਵਿੱਚ ਜਾ ਸਕੇ। ਕਿਉਂਕਿ ਖਾਣਾ ਡਾਈਜੈਸਟ ਕਰਨਾ ਇਹ ਤਾਂ ਹੈ ਨਹੀਂ ਕਿ ਦੰਦਾਂ ਵਿੱਚ ਰੱਖਾਂਗੇ ਸਾਰਾ ਆਪਣਾ ਟੀਥ ਮਤਲਬ ਫੂਡ, ਇਸ ਕਰਕੇ ਸਾਰੀ ਚੀਜ਼ਾਂ ਨੈਕਸਟ ਜੰਕਸ਼ਨ ਤੇ ਕੀ ਹੁੰਦੀ ਜਾਣਗੀਆਂ? ਜਾਂਦੀ ਜਾਣਗੀਆਂ। ਇਹ ਧਿਆਨ ਰੱਖਣਾ। ਹੁਣ ਆਪਾਂ ਮਾਊਥ ਫਸਟ ਜੰਕਸ਼ਨ ਪੜ੍ਹ ਰਹੇ ਹਾਂ। ਮਾਊਥ ਦੇ ਵਿੱਚ ਉਹਦੇ ਅਸੈਸਰੀ ਔਰਗਨ ਦੇ ਵਿੱਚ ਪਹਿਲੇ ਔਰਗਨ ਦੀ ਗੱਲ ਕਰਨ ਜਾ ਰਿਹਾ ਮੈਂ ਤੁਹਾਡੇ ਨਾਲ, ਉਹ ਸਾਡੇ ਵਾਸਤੇ ਕਿਹੜਾ ਹੈ? ਟੀਥ। ਇਹ ਧਿਆਨ ਰੱਖਣਾ, ਅਸੈਸਰੀ ਔਰਗਨ ਹੈ, ਮੇਨ ਨਹੀਂ ਹੈਗਾ। ਮੇਨ ਸਾਡੇ ਵਾਸਤੇ ਮਾਊਥ ਹੈ, ਲੇਕਿਨ ਮਾਊਥ ਦੇ ਅਸੈਸਰੀ ਔਰਗਨ ਕਿੰਨੇ ਨੇ? 3। ਕਿਹੜੇ ਨੇ ਉਹ ਤੁਹਾਨੂੰ ਪਤਾ ਹੋਣੇ ਜ਼ਰੂਰੀ ਨੇ। ਟੀਥ ਹੋ ਗਿਆ, ਟੰਗ ਹੋ ਗਿਆ, ਸਲਾਈਵਰੀ ਗਲੈਂਡਸ ਹੋ ਗਏ। ਇਹ ਧਿਆਨ ਰੱਖਣਾ। ਸਲਾਈਵਰੀ ਗਲੈਂਡਸ ਬਾਰੇ ਵੀ ਦੱਸੂਗਾ। ਲਾਈਕ ਸਾਡੇ ਜਿਹੜੀ ਟੀਥ ਮਤਲਬ ਟੰਗ ਹੁੰਦੀ ਹੈ ਉਹ ਹਮੇਸ਼ਾ ਗਿੱਲੀ ਹੁੰਦੀ ਹੈ, ਉਹ 'ਚ ਸਲਾਈਵਾ ਜੰਮਦਾ ਰਹਿੰਦਾ ਜਾਂ ਲੱਗਦਾ ਰਹਿੰਦਾ, ਖਾਣੇ 'ਚ ਮਿਕਸ ਹੁੰਦਾ ਰਹਿੰਦਾ, ਤੁਹਾਨੂੰ ਅਸੀਂ ਸਲਾਈਵਰੀ ਗਲੈਂਡਸ ਬੋਲਦੇ ਨੇ, ਠੀਕ ਹੈ। ਨੈਕਸਟ ਆਓ ਪਹਿਲਾਂ ਆਪਾਂ ਗੱਲ ਕਰੀਏ ਟੀਥ ਦੀ। ਤਾਂ ਟੀਥ ਮੈਂ ਤੁਹਾਨੂੰ ਦੱਸ ਹੀ ਚੁੱਕਿਆ ਸੀਗਾ ਕਿ ਜਿਹੜਾ ਅਸੀਂ ਫੂਡ ਇਨਟੇਕ ਕਰਦੇ ਹਾਂ ਉਹ ਸਮੋਲ ਪੀਸਿਸ ਦੇ ਵਿੱਚ ਕੀ ਹੋ ਜਾਂਦਾ? ਬ੍ਰੇਕ ਡਾਊਨ ਹੋ ਜਾਂਦਾ। ਹੁਣ ਇਹ ਟੀਥ ਕਿੰਨੇ ਹੁੰਦੇ ਨੇ? ਟੋਟਲ 32 ਟੀਥ ਹੁੰਦੇ ਨੇ, ਇਹ ਵੀ ਤੁਹਾਨੂੰ ਪਤਾ ਹੈ। ਹੁਣ ਜਿਹੜੇ 32 ਦੰਦ ਦੀ ਗੱਲ ਕੀਤੀ ਗਈ ਹੈ ਇਹ ਵੀ ਅੱਗੇ ਬਾਈਫਰਕੇਟ ਕੀਤੇ ਗਏ ਨੇ। ਉਸ 'ਚ ਕਿਹੜੀ 3-4 ਚੀਜ਼ਾਂ ਨੇ 32 ਦੰਦਾਂ ਦੇ ਵਿੱਚ? ਤੁਹਾਡੇ ਆਪਣੇ 8 ਤਾਂ ਇਨਸੀਜ਼ਰਸ ਹੋ ਜਾਂਦੇ ਨੇ। ਇਹ ਧਿਆਨ ਰੱਖਣਾ, ਜਿਹੜੇ ਇਨਸੀਜ਼ਰ ਕੰਮ ਹੁੰਦੇ ਨੇ ਕਾਹਦਾ ਕੰਮ ਕਰਦੇ ਨੇ? ਇਕੱਲੇ ਬਾਈਟਿੰਗ ਦਾ ਕੰਮ ਕਰਦੇ ਨੇ, ਕੱਟਣ ਦਾ ਕੰਮ ਕਰਦੇ ਨੇ ਇਨਸੀਜ਼ਰਸ। ਇਹ ਧਿਆਨ ਰੱਖਣਾ। ਉਸ ਤੋਂ ਬਾਅਦ 8 ਤਾਂ ਇਨਸੀਜ਼ਰਸ ਹੁੰਦੇ ਨੇ, 4 ਤੁਹਾਡੀ ਕੀ ਆ ਜਾਣਗੀਆਂ? ਕੈਨੀਜ਼ ਆ ਜਾਣਗੀਆਂ। ਹੁਣ ਜਿਹੜੀ ਕੈਨੀਜ਼ ਨੇ ਉਹ ਬਹੁਤ ਜ਼ਿਆਦਾ ਪੁਆਇੰਟਡ ਹੁੰਦੇ ਨੇ। ਪੁਆਇੰਟਡ ਦਾ ਮਤਲਬ ਕੀ ਹੋਊਗਾ? ਲਾਈਕ ਜਿਹਨੂੰ ਅਸੀਂ ਕੀ ਬੋਲਦੇ ਹਾਂ ਜੀ, ਤਿੱਖੇ ਟਾਈਪ ਹੁੰਦੇ ਨੇ। ਇਹ ਧਿਆਨ ਰੱਖਣਾ। ਉਹ ਮੇਨਲੀ ਜਿਹੜੀ ਕੈਨੀਜ਼ ਹੁੰਦੀਆਂ ਨੇ, ਮੈਂ ਤੁਹਾਨੂੰ ਇਹ ਵੀ ਦੱਸ ਦਿੰਦਾ, ਮੇਨਲੀ ਕੈਨੀਜ਼ ਜਿਹੜਾ ਯੂਜ਼ ਕੀਤਾ ਜਾਂਦਾ ਕਾਹਦੇ ਵਾਸਤੇ ਕੀਤਾ ਜਾਂਦਾ ਹੈ? ਅਗਰ ਅਸੀਂ ਕੋਈ ਨਾ ਕੋਈ ਨੋਨ ਵੈਜ ਖਾਂਦੇ ਹਾਂ, ਫਿਸ਼ ਖਾਂਦੇ ਹਾਂ ਜਾਂ ਕੁਝ ਵੀ ਨੋਨ ਵੈਜ ਖਾਂਦੇ ਹਾਂ, ਤਾਂ ਉਸ ਟਾਈਮ ਵਿੱਚ ਜਿਹੜੀ ਕੈਨੀਜ਼ ਨੇ ਉਹ ਸਾਡੀ ਕੀ ਕਰਦੀਆਂ ਨੇ? ਉਸ ਨੂੰ ਚਬਾਉਣ ਵਾਸਤੇ ਹੈਲਪਫੁਲ ਹੁੰਦੀਆਂ ਨੇ। ਇਹ 4 ਹੁੰਦੀਆਂ ਨੇ 32 ਟੀਥ ਦੇ ਵਿੱਚ, ਠੀਕ ਹੈ। ਨੈਕਸਟ ਆਓ ਅਗਲੀ ਗੱਲ ਕਰ ਰਹੇ ਪ੍ਰੀ ਮੋਲਰ ਦੀ ਔਰ ਮੋਲਰ ਦੀ। ਜਿਹੜੇ ਪ੍ਰੀ ਮੋਲਰ ਹੁੰਦੇ ਤੁਹਾਡੇ ਵਾਸਤੇ ਉਹ 8 ਹੁੰਦੇ ਨੇ, ਠੀਕ ਹੈ। ਉਸ ਤੋਂ ਬਾਅਦ ਨੈਕਸਟ ਜਿਹੜੇ ਤੁਹਾਡੇ ਆਪਣੇ ਮੋਲਰ ਹੁੰਦੇ ਨੇ ਉਹ ਤੁਹਾਡੇ ਆਪਣੇ ਕਿੰਨੇ ਹੁੰਦੇ ਨੇ? 12 ਹੁੰਦੇ ਨੇ। ਹੁਣ ਇਹਨਾਂ ਦਾ ਕੰਮ ਕੀ ਹੁੰਦਾ? ਚਾਹੇ ਮੋਲਰ ਹੈ ਚਾਹੇ ਪ੍ਰੀ ਮੋਲਰ ਹੈ, ਇਹ ਹਮੇਸ਼ਾ ਫੂਡ ਨੂੰ ਕੀ ਕਰਦੇ ਨੇ? ਚਿਊ ਕਰਦੇ ਨੇ, ਚਬਾਉਂਦੇ ਨੇ। ਇਹ ਧਿਆਨ ਰੱਖਣਾ, ਠੀਕ ਹੈ। ਹੋ ਗਏ ਨਾ ਟੋਟਲ 32। ਲੇਕਿਨ 32 ਦੇ ਵਿੱਚ ਇੱਕ ਚੀਜ਼ ਹੋਰ ਦੱਸਣ ਜਾ ਰਹੇ ਹਾਂ। 4 ਜਿਹੜੇ ਤੁਹਾਡੇ ਆਪਣੇ ਵਿਜ਼ਡਮ ਟੀਥ ਹੁੰਦੇ ਨੇ, ਠੀਕ ਹੈ, ਜਿਹਨੂੰ ਅਸੀਂ ਅਕਲ ਜਾੜ ਬੋਲਦੇ ਨੇ, ਠੀਕ ਹੈ, ਵਿਜ਼ਡਮ ਟੀਥ, ਉਹ ਵੀ ਇਹਦੇ ਵਿੱਚ ਕੀ ਹੁੰਦੇ ਨੇ? ਇੰਕਲੂਡ ਹੁੰਦੇ ਨੇ। 32 ਦੇ 32, 36 ਨਹੀਂ ਹੁੰਦੇ, ਟੋਟਲ 32 ਹੁੰਦੇ ਨੇ। ਵਿਜ਼ਡਮ ਟੀਥ ਸਾਡੇ ਇਹਦੇ ਵਿੱਚ ਕੀ ਹੁੰਦੇ ਨੇ? ਇੰਕਲੂਡ ਹੀ ਹੁੰਦੀਆਂ ਨੇ। ਇਹ ਧਿਆਨ ਰੱਖਣਾ।
ਜਿਹਨੂੰ ਅਸੀਂ ਕੀ ਬੋਲਦੇ ਆ ਅਕਲ ਜਾੜ ਬਾਰੇ ਗੱਲਾਂ ਕਰਦੇ ਹੁੰਦੇ ਆਪਾਂ, ਠੀਕ ਹੈ ਵੀ ਅਕਲ ਜਾੜ ਆ ਰਹੀ ਹੈ। ਇਹ 4 ਹੀ ਹੁੰਦੀਆਂ ਨੇ, ਇੰਕਲੂਡਿੰਗ ਹੁੰਦੀਆਂ ਨੇ, ਧਿਆਨ ਰੱਖਣਾ। ਵਿਜ਼ਡਮ ਟੀਥ ਬੋਲਦੇ ਇਹਨੂੰ ਫਿਲਹਾਲ, ਠੀਕ ਹੈ। ਸਪੈਲਿੰਗ ਉਰੇ ਮੈਂ ਮੈਂਸ਼ਨ ਕਰ ਦਿੱਤੇ, ਅਗਰ ਫੇਰ ਵੀ ਕੋਈ ਡਾਊਟ ਹੈ ਤਾਂ ਪੁੱਛ ਸਕਦੇ ਹੋ ਫਿਲਹਾਲ, ਠੀਕ ਹੈ। 4 ਹੀ ਇੰਕਲੂਡ ਹੀ ਹੋਣਗੇ ਜਿਹਨੂੰ ਅਸੀਂ ਵਿਜ਼ਡਮ ਟੀਥ ਬੋਲਦੇ ਹਾਂ। ਹੁਣ ਇਹਨਾਂ ਦੀ ਜਿਹੜੀ ਪਿਕਚਰ ਹੈ ਉਹ ਤੁਹਾਨੂੰ ਨੀਚੇ ਦਿਖਾ ਰੱਖੀ ਹੈ, ਫਿਲਹਾਲ ਤੁਸੀਂ ਚੈੱਕ ਵੀ ਕਰ ਸਕਦੇ ਹੋ। ਅਗਰ ਕਿਸੇ ਨੂੰ ਇਸ 'ਚ ਪ੍ਰੋਬਲਮ ਨਹੀਂ ਹੋਣੀ, 8 ਸਾਡੇ ਇਨਸੀਜ਼ਨਸ ਹੁੰਦੇ ਨੇ, 4 ਸਾਡੀ ਕੈਨਿਸ ਹੁੰਦੀਆਂ ਨੇ, ਪ੍ਰੀ ਮੋਲਰ 8 ਹੁੰਦੇ ਨੇ ਔਰ ਮੋਲਰ 12 ਹੁੰਦੇ ਨੇ। ਇਨਸੀਜ਼ਰ ਜਿਹੜਾ ਕੰਮ ਕਰਦੀ ਹੈ ਉਹ ਬਾਈਟਿੰਗ ਵਾਸਤੇ ਕਰਦੀ ਹੈ। ਕੈਨਿਸ ਦਾ ਜਿਹੜਾ ਮੇਨ ਕੰਮ ਹੁੰਦਾ ਉਹ ਨੌਨ ਵੈਜ ਨੂੰ ਚਿਊ ਕਰਨ ਵਾਸਤੇ ਹੈਲਪਫੁਲ ਹੁੰਦੀਆਂ ਨੇ। ਮੋਲਰ ਔਰ ਪ੍ਰੀ ਮੋਲਰ ਫੂਡ ਨੂੰ ਚਿਊ ਕਰਨ ਵਾਸਤੇ ਹੁੰਦੀਆਂ ਨੇ, ਇਹ ਧਿਆਨ ਰੱਖਣਾ, ਠੀਕ ਹੈ। ਇਹ ਸਾਡੇ ਵਾਸਤੇ ਮਾਊਥ ਦੀ ਅਸੈਸਰੀ ਔਰਗਨ ਸੀ, ਫਸਟ ਵਨ ਜੋ ਸਾਡੇ ਵਾਸਤੇ ਕੀ ਹੈ, ਟੀਥ। ਹੁਣ ਆਪਾਂ ਦੂਸਰੀ ਅਸੈਸਰੀ ਔਰਗਨ ਦੀ ਗੱਲ ਕਰਾਂਗੇ ਮਾਊਥ ਦੀ, ਜੋ ਸਾਡੇ ਵਾਸਤੇ ਆਉਂਦੀ ਹੈ ਜੀਭ, ਜਿਹਨੂੰ ਅਸੀਂ ਕੀ ਬੋਲਦੇ ਹਾਂ, ਟੰਗ। ਪਹਿਲੀ ਗੱਲ ਤਾਂ ਤੁਹਾਨੂੰ ਪਤਾ ਹੋਣਾ ਜ਼ਰੂਰੀ ਹੈ, ਜਿਹੜਾ ਟੰਗ ਦਾ ਮੇਨ ਕੰਮ ਹੁੰਦਾ ਕਾਹਦਾ ਹੁੰਦਾ, ਟੇਸਟ ਲੈਣ ਦਾ ਕੰਮ ਹੁੰਦਾ, ਠੀਕ ਹੈ। ਜਿਹੜਾ ਖਾਣਾ ਹੁੰਦਾ ਇੱਕ ਪਲੇਸ ਤੋਂ ਦੂਸਰੇ ਪਲੇਸ ਤੱਕ ਸਾਨੂੰ ਪਹੁੰਚਾਉਣ ਦੇ ਵਿੱਚ ਕੀ ਕਰਦੀ ਹੈ, ਹੈਲਪਫੁਲ ਕਰਦੀ ਹੈ। ਖਾਣ ਦੇ ਵਿੱਚ ਦੇਖ ਲਓ, ਜਦੋਂ ਆਪਾਂ ਖਾਂਦੇ ਹਾਂ ਤਾਂ ਜਿਹੜਾ ਜੀਭ ਦਾ ਰੋਲ ਹੁੰਦਾ ਕਾਹਦੇ ਵਾਸਤੇ ਹੁੰਦਾ, ਓਬਵੀਅਸ ਕੀ ਦੇਖੂਗੀ, ਟੇਸਟ ਦੇਖੂਗੀ ਵੀ ਬੀਟਰ ਹੈ, ਸਵੀਟ ਹੈ, ਸੋਲਟੀ ਹੈ ਜਾਂ ਖੱਟਾ ਹੈ, ਕਿਸ ਤਰ੍ਹਾਂ ਦਾ ਹੈ, ਠੀਕ ਹੈ। ਔਰ ਦੂਸਰੀ ਗੱਲ ਇਹ ਜਿਹੜੀ ਤੁਹਾਡੇ ਆਪਣਾ ਖਾਣੇ ਨੂੰ ਇੱਧਰ ਉੱਧਰ ਕਰਦੀ ਹੈ, ਇੱਕ ਜਗ੍ਹਾ ਦੂਜੀ ਜਗ੍ਹਾ ਤੱਕ ਹਿਲਾਉਣ ਦੀ ਕੋਸ਼ਿਸ਼ ਕਰਦੇ ਕੌਣ, ਤੁਹਾਡੀ ਆਪਣੀ ਟੰਗ। ਤਾਂ ਉਰੇ ਮੈਂਸ਼ਨ ਵੀ ਕੀਤਾ ਹੋਇਆ ਇਹਦੇ ਵਿੱਚ, ਟੰਗ ਜਿਹੜੀ ਹੋਊਗੀ ਕਿਹਦੇ ਵਾਸਤੇ ਹੋਊਗੀ, ਹੈਲਪਫੁਲ ਇਨ ਮੂਵਿੰਗ ਦਾ ਫੂਡ। ਜਿਹੜਾ ਖਾਣਾ ਹੋਏਗਾ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੱਕ ਪਹੁੰਚਾਉਣ ਦਾ ਕੰਮ ਕਿਹਦਾ ਹੋਊਗਾ, ਜੀਭ ਦਾ ਹੋਊਗਾ। ਔਰ ਦੂਸਰੀ ਗੱਲ ਤੁਹਾਨੇ ਵੀ ਨੋਟ ਕੀਤੀ ਹੋਏਗੀ, ਜਿਹੜੀ ਸਾਡੀ ਆਪਣੀ ਇੱਕ ਟੰਗ ਹੁੰਦੀ ਹੈ ਹਮੇਸ਼ਾ ਇੱਕ ਵਾਟਰੀ ਹੁੰਦੀ ਹੈ, ਮਤਲਬ ਜਿਹਨੂੰ ਅਸੀਂ ਕੀ ਬੋਲਦੇ ਹਾਂ, ਵਾਟਰੀ ਲਿਕਵਿਡ ਬੋਲਦੇ ਹਾਂ। ਜੀਭ ਹਮੇਸ਼ਾ ਗਿੱਲੀ ਟਾਈਪ ਹੁੰਦੀ ਹੈ ਨਾ। ਜਦੋਂ ਆਪਾਂ ਖਾਣਾ ਖਾਂਦੇ ਹਾਂ ਤਾਂ ਜਿਹੜਾ ਤੁਹਾਡੀ ਆਪਣੀ ਜੀਭ ਦੇ ਉੱਤੇ ਸਲਾਈਵਾ ਲੱਗਿਆ ਹੋਇਆ ਓਬਵੀਅਸ ਫੂਡ 'ਚ ਮਿਕਸ ਹੁੰਦਾ, ਤਾਂ ਉਹ ਵੀ ਕਿੱਥੋਂ ਬਣਨਾ ਸ਼ੁਰੂ ਹੁੰਦਾ, ਤੁਹਾਡੇ ਆਪਣੀ ਟੰਗ ਦੀ ਹੈਲਪ ਨਾਲ ਬਣਨਾ ਸ਼ੁਰੂ ਹੁੰਦਾ, ਇਹ ਵੀ ਧਿਆਨ ਰੱਖਿਓ। ਔਰ ਮੇਨਲੀ ਗੱਲ ਇਹਨੂੰ ਮੈਂ ਹੈਸ਼ਟੈਗ ਕਰ ਰਿਹਾ, ਆਹ ਲਾਈਨ ਬਹੁਤ ਇੰਪੋਰਟੈਂਟ ਹੈ। ਜਿਹੜਾ ਤੁਹਾਡੀ ਆਪਣੀ ਟੰਗ ਹੁੰਦੀ ਹੈ ਇਹਦੇ ਵਿੱਚ ਟੇਸਟ ਰਿਸੈਪਟਰਸ ਹੁੰਦੇ ਨੇ। ਟੇਸਟ ਰਿਸੈਪਟਰਸ ਦਾ ਮਤਲਬ ਜੋ ਤੁਹਾਨੂੰ ਟੇਸਟ ਦੱਸਣਗੇ ਵੀ ਕਿਸ ਤਰ੍ਹਾਂ ਟੇਸਟ ਹੈ। ਇਹ ਟੇਸਟ ਨੂੰ ਸਭ ਨੂੰ ਪਤਾ 4 ਹੀ ਹੁੰਦੇ ਨੇ ਮੇਨਲੀ, ਇੱਕ ਮਿੱਠਾ, ਇੱਕ ਨਮਕੀਨ, ਦੂਜਾ ਖੱਟਾ ਔਰ ਚੌਥਾ ਕੀ ਹੋ ਸਕਦਾ ਹੈ, ਕੌੜਾ। ਅਗਰ ਪਿਕਚਰ ਚੈੱਕ ਕਰ ਰਹੇ ਹੋ ਤਾਂ ਪਿਕਚਰ 'ਚ ਮੈਂ ਤੁਹਾਨੂੰ ਦੱਸਦਾ ਰਾਈਟ ਸਾਈਡ ਤੇ ਕਿਹੜੇ ਪਾਏ ਜਾਂਦੇ ਨੇ, ਲੈਫਟ ਸਾਈਡ ਤੇ ਕਿਹੜੇ ਪਾਏ ਜਾਂਦੇ ਨੇ, ਔਰ ਟੌਪ ਤੇ ਕਿਹੜਾ ਪਾਇਆ ਜਾਂਦਾ ਔਰ ਬਾਟਮ 'ਚ ਕਿਹੜਾ ਪਾਇਆ ਜਾਂਦਾ। ਤਾਂ ਸਵੀਟ ਹੋ ਗਿਆ ਜਿਹਨੂੰ ਅਸੀਂ ਮਿੱਠਾ ਬੋਲਦੇ ਹਾਂ, ਸੋਲਟੀ ਹੋ ਗਿਆ ਜਿਹਨੂੰ ਨਮਕੀਨ ਬੋਲਦੇ ਹਾਂ, ਸੋ ਜਿਹਨੂੰ ਅਸੀਂ ਖੱਟਾ ਬੋਲਦੇ ਹਾਂ, ਔਰ ਬੀਟਰ ਅਸੀਂ ਜਿਹਨੂੰ ਅਸੀਂ ਕੀ ਬੋਲਾਂਗੇ, ਕੌੜਾ ਬੋਲਾਂਗੇ। ਤੇ ਤੁਹਾਡੇ ਆਪਣੇ ਕੀ ਨੇ ਇੱਕ ਤਰ੍ਹਾਂ ਦੇ ਇੱਕ ਟੰਗ ਦੇ ਰਿਸੈਪਟਰਸ ਨੇ ਜੋ ਦੱਸਣਗੇ ਫੂਡ ਸਾਡੇ ਵਾਸਤੇ ਕਿਸ ਤਰ੍ਹਾਂ ਦਾ ਕਿਸ ਤਰ੍ਹਾਂ ਦਾ ਨਹੀਂ ਹੈ। ਪਿਕਚਰ ਆਲਰੇਡੀ ਤੁਹਾਨੂੰ ਮੈਂ ਨੀਚੇ ਮੈਂਸ਼ਨ ਕੀਤੀ ਵੀ ਹੈ, ਫਿਲਹਾਲ ਪਿਕਚਰ ਬਾਰੇ ਕੁਝ ਨਹੀਂ ਪੁੱਛਣਗੇ ਵੀ ਕਿਹੜਾ ਹਿੱਸਾ ਕਿੱਥੇ ਹੈ ਕਿੱਥੇ ਨਹੀਂ ਹੈ, ਠੀਕ ਹੈ ਬੇਟੇ। ਨੈਕਸਟ ਆਓ, ਅਗਲੀ ਗੱਲ ਕਰ ਰਹੇ ਆਪਾਂ ਮਾਊਥ ਦੇ ਥਰਡ ਐਸੈਸਰੀ ਔਰਗਨ ਜੋ ਇੱਕ ਲਾਸਟ ਹੈ ਸਾਡੇ ਵਾਸਤੇ, ਜਿਹਨੂੰ ਅਸੀਂ ਕੀ ਬੋਲਦੇ ਆ, ਸਲਾਈਵਰੀ ਗਲੈਂਡਸ। ਜਿੰਨਾ ਕਰਵਾਇਆ ਜਾ ਰਿਹਾ ਹੈ ਤੁਹਾਡਾ ਆਪਣਾ ਉਹ ਇੱਕ ਤਰ੍ਹਾਂ ਦਾ ਡਿਟੇਲ ਦੇ ਵਿੱਚ ਹੀ ਹੈ, ਇਹ ਧਿਆਨ ਰੱਖਣਾ। आगे मैंने सलाइवरी ग्लैंड्स के फंक्शन तो बाद मैं तुम दसूंगा 3 टाइप की सलाइवरी ग्लैंड्स भी होंदियां ने, ठीक है। तो फिलहाल तुहानू एक पिक्चर दिखाई दे रही होगी, इन्हां दे आगे सलाइवरी ग्लैंड्स के 3 पेयर्स ने, ठीक है। और किहड़े किहड़े ने ओहदी आपां फिलहाल बाद च गल करदे हां, लेकिन मैं मेनली तुहानू दसना चाहूँगा कि जिहड़ा सलाइवरी ग्लैंड्स हुंदा है वो हमेशा की हुंदा है, ठीक है। तुहानू सब नूं पता है जिहड़ी टंग हुंदी है हमेशा वैट कंडीशन दे विच हुंदी है ना। वैट मतलब गिल्ली टाइप हुंदी है, जो ਅਸੀਂ ਖਾਣਾ ਖਾਂਦੇ ਆ ਜਾਂ ਚਬਾਉਂਦੇ ਆ ਉਹ ਸਲਾਈਵਾ ਉਹਦੇ ਵਿੱਚ ਮਿਕਸ ਹੋ ਜਾਂਦਾ, ਠੀਕ ਹੈ। ਤਾਂ ਉਸ ਨੂੰ ਅਸੀਂ ਕੀ ਬੋਲਦੇ, ਸਲਾਈਵਰੀ ਗਲੈਂਡਸ ਬੋਲਦੇ ਆ। ਤਾਂ ਹੁਣ ਇਹਦਾ ਮਤਲਬ ਕੀ ਹੋਊਗਾ, ਜਿਹੜੇ ਸਲਾਈਵਰੀ ਗਲੈਂਡਸ ਹੁੰਦੀ ਹੈ ਉਹਦੀ ਕੰਡੀਸ਼ਨ ਕਿਸ ਤਰ੍ਹਾਂ ਦੀ ਹੁੰਦੀ ਹੈ, ਸਲਾਈਵਾ ਦੀ ਫਾਰਮ ਦੇ ਵਿੱਚ ਹੁੰਦੀ ਹੈ, ਮਤਲਬ ਵਾਟਰੀ ਲਿਕਵਿਡ ਹੁੰਦੀ ਹੈ, ਠੀਕ ਹੈ। ਹੁਣ ਦੂਸਰੀ ਗੱਲ, ਉਸ ਦੇ ਵਿੱਚ ਕੀ ਪਾਇਆ ਜਾਂਦਾ, ਉਹਦੇ ਵਿੱਚ ਡਾਈਜੈਸਟਿਵ ਐਂਜ਼ਾਈਮ ਪਾਏ ਜਾਂਦੇ ਨੇ, ਜੋ ਮੇਨਲੀ ਕਿਹੜਾ ਹੁੰਦਾ ਸਾਡੇ ਵਾਸਤੇ ਇਹਦੇ ਵਿੱਚ, ਇਹ ਬਹੁਤ ਇੰਪੋਰਟੈਂਟ ਹੈ। ਸਲਾਈਵਰੀ ਗਲੈਂਡਸ ਦਾ ਜਿਹੜਾ ਮੇਨ ਹੈ ਉਹ ਸਾਡੇ ਵਾਸਤੇ ਕਿਹੜਾ ਹੋਊਗਾ, ਸਲਾਈਵਰੀ ਅਲਾਈਜ਼ਮ ਹੋਏਗਾ। ਇਹ ਧਿਆਨ ਰੱਖਣਾ, ਸਲਾਈਵਰੀ ਐਂਜ਼ਾਈਮ ਹੋਏਗਾ ਜਿਹਦੇ ਵਿੱਚ ਮੇਨ ਸਾਡੇ ਵਾਸਤੇ ਕਿਹੜਾ ਹੋਊਗਾ, ਇੱਕ ਤਰ੍ਹਾਂ ਦਾ ਲਾਰਜ ਤੁਹਾਡੇ ਵਾਸਤੇ ਮਤਲਬ ਸਲਾਈਵਰੀ ਅਲਾਈਜ਼ਮ ਹੋਏਗਾ। ਇਹ ਧਿਆਨ ਰੱਖਣਾ, ਬਹੁਤ ਇੰਪੋਰਟੈਂਟ ਪੁਆਇੰਟ ਹੈ। ਇਹਦਾ ਜਿਹੜਾ ਮੇਨ ਫੰਕਸ਼ਨ ਹੈ ਸਾਡੇ ਵਾਸਤੇ ਕੀ ਹੋਏਗਾ, ਜਿਹੜੇ ਸਾਡੇ ਅੰਦਰ ਕਾਰਬੋਹਾਈਡਰੇਟਸ ਹੁੰਦੇ ਨੇ, ਠੀਕ ਹੈ, ਉਹਨਾਂ ਨੂੰ ਬ੍ਰੇਕ ਡਾਊਨ ਕਰਨ ਦੇ ਵਿੱਚ ਸਲਾਈਵਰੀ ਗਲੈਂਡਸ ਕੀ ਕਰਦੀ ਹੈ, ਹੈਲਪਫੁਲ ਕਰਦੀ ਹੈ। ਮੈਂ ਉਹਰੇ ਮੈਂਸ਼ਨ ਕਰ ਦੇਣਾ, ਜਿਹੜੇ ਸਾਡੇ ਆਪਣੇ ਸਲਾਈਵਰੀ ਗਲੈਂਡਸ ਦਾ ਜਿਹੜਾ ਮੇਨ ਕੰਮ ਹੁੰਦਾ ਕੀ ਹੁੰਦਾ, ਇਹ ਬ੍ਰੇਕ ਡਾਊਨ ਕਰਦੇ ਕਿੰਨਾਂ ਨੂੰ, ਕਾਰਬੋਹਾਈਡਰੇਟਸ ਨੂੰ, ਬ੍ਰੇਕ ਡਾਊਨ ਦੀ ਕਾਰਬੋਹਾਈਡਰੇਟਸ। ਇਹ ਸਭ ਨੂੰ ਪਤਾ ਹੀ ਹੈ ਕਾਰਬੋਹਾਈਡਰੇਟਸ ਮੇਨਲੀ ਕਿਹਦੇ ਵਿੱਚ ਪਾਇਆ ਜਾਂਦਾ ਹੈ, ਠੀਕ ਹੈ। ਉਹ ਵੀ ਤੁਹਾਨੂੰ ਫਿਲਹਾਲ ਕਰਵਾਵਾਂਗੇ ਫਿਜ਼ੀਕਲ ਦੇ ਵੀ, ਤੁਹਾਡੇ ਆਪਣੇ
PTI ਜਿਹੜਾ ਸਿਲੇਬਸ ਦਿੱਤਾ ਹੋਇਆ ਉਹਦੇ ਵਿੱਚ ਬੈਲੈਂਸ ਡਾਈਟ ਦਾ ਟੌਪਿਕ ਹੈ ਉਹਦੇ ਵਿੱਚ ਤੁਹਾਨੂੰ ਕਰਵਾ ਦਿੱਤਾ ਜਾਊਗਾ। ਇਹ ਬ੍ਰੇਕ ਡਾਊਨ ਕਰਦੀ ਹੈ ਕੌਣ, ਕਿਹਨੂੰ, ਕਾਰਬੋਹਾਈਡਰੇਟਸ ਨੂੰ। ਸਮਝ ਆ ਗਿਆ, ਸਾਰੀ ਚੀਜ਼ਾਂ ਸੀਕੁਐਂਸ ਦੇ ਅਕੋਰਡਿੰਗ ਨੇ। ਨੈਕਸਟ ਆਓ, ਸਲਾਈਵਿਕ ਗਲੈਂਡਸ ਦੇ ਅੱਗੇ 3 ਪੇਅਰਸ ਨੇ, ਉਹ ਕਿਹੜੇ ਕਿਹੜੇ ਨੇ ਉਹ ਤੁਹਾਨੂੰ ਪਤਾ ਹੋਣੇ ਚਾਹੀਦੇ ਨੇ। ਫਸਟ ਆਉਂਦਾ ਤੁਹਾਡੇ ਵਾਸਤੇ ਇਹਦੇ ਵਿੱਚ ਪੈਰੋਟਿਡ ਗਲੈਂਡ, ਠੀਕ ਹੈ, और दूसरा ਤੁਹਾਡੇ ਵਾਸਤੇ ਆਂਦਾ ਅਗਲਾ ਸੈਮਿਟਰੀ ਗਲੈਂਡਸ, और थर्ड वन ਤੁਹਾਡੇ ਵਾਸਤੇ ਆਊਗਾ ਇਹਦੇ ਵਿੱਚ ਸਿਬਲਿੰਗੁਅਲ ਗਲੈਂਡ। ਇਹ ਧਿਆਨ ਰੱਖਣਾ, ਇਹ 3 ਨਾਮ ਬਹੁਤ ਇੰਪੋਰਟੈਂਟ ਨੇ। ਜਿਹੜੇ ਬੱਚੇ ਨੂੰ ਇੰਗਲਿਸ਼ 'ਚ ਪ੍ਰੋਬਲਮ ਆ ਰਹੀ ਹੈ ਉਹ ਤੁਹਾਡਾ ਆਪਣਾ ਪੰਜਾਬੀ 'ਚ ਵੀ ਸਾਰਾ ਕੁਝ ਉਰੇ ਮੈਨੇ ਮੈਂਸ਼ਨ ਕਰ ਦਿੱਤਾ ਗਿਆ, ਇਹ ਧਿਆਨ ਰੱਖਣਾ। ਉਸ ਤੋਂ ਇੱਕ ਪੁਆਇੰਟ ਦਿਖਾਈ ਦੇ ਰਿਹਾ ਹੋਊਗਾ ਤੁਹਾਨੂੰ ਜੋ ਬਹੁਤ ਇੰਪੋਰਟੈਂਟ ਹੈ। ਇਹਦੇ ਵਿੱਚ ਕੀ ਕਹਿੰਦਾ ਕੀ ਹੈ, ਜਿਹੜਾ ਤੁਹਾਡਾ ਆਪਣਾ ਖਾਣਾ ਖਾਂਦੇ ਆ, ਜੋ ਚਿਊ ਕਰਦੇ ਆ, ਹਮੇਸ਼ਾ ਸਾਡੀ ਜਿਹੜੀ ਜੀਭ ਹੁੰਦੀ ਹੈ ਉਹ ਗਿੱਲੀ ਹੁੰਦੀ ਹੈ, ਤਾਂ ਜਿਹੜਾ ਸਲਾਈਵਾ ਮਿਕਸ ਹੋ ਜਾਂਦਾ ਤੁਹਾਡੇ ਆਪਣੇ ਜਿਹੜਾ ਚਬਾਇਆ ਹੋਇਆ ਫੂਡ ਹੈ, ਠੀਕ ਹੈ, ਉਸ ਪੁਆਇੰਟ ਨੂੰ ਅਸੀਂ ਕੀ ਬੋਲਦੇ ਆ, ਬੋਲਸ ਬੋਲਦੇ ਆ। ਇਹ ਧਿਆਨ ਰੱਖਣਾ ਕਿਉਂਕਿ ਉਹਦੇ ਵਿੱਚ 2 ਚੀਜ਼ਾਂ ਹੁੰਦੀਆਂ ਨੇ, ਇੱਕ ਤਾਂ ਸਾਡਾ ਆਪਣਾ ਚਬਾਇਆ ਹੋਇਆ ਖਾਣਾ ਹੁੰਦਾ ਔਰ ਦੂਸਰਾ ਜਿਹੜਾ ਤੁਹਾਡਾ ਆਪਣਾ ਸਲਾਈਵਾ ਮਿਕਸ ਹੋ ਜਾਂਦਾ ਉਹਦੇ ਵਿੱਚ, ਤਾਂ ਉਹਨੂੰ ਅਸੀਂ ਕੀ ਬੋਲਾਂਗੇ, ਬੋਲਸ ਬੋਲਾਂਗੇ। ਇਹ ਬਹੁਤ ਇੰਪੋਰਟੈਂਟ ਪੁਆਇੰਟ ਹੈ, ਧਿਆਨ ਰੱਖਣਾ, ਠੀਕ ਹੈ। ਨੈਕਸਟ ਆ ਜਾਓ, ਅਗਲੀ ਗੱਲ ਕਰਨ ਜਾ ਰਹੇ ਹਾਂ। ਹੁਣ ਧਿਆਨ ਰੱਖਿਓ, ਮਾਊਥ ਦਾ ਕੰਮ ਖਤਮ ਹੋ ਚੁੱਕਿਆ। ਮਾਊਥ ਨੇ ਫੂਡ ਕੀ ਕਰਤਾ ਹੈ, ਅਗਲੇ ਮਤਲਬ ਜੰਕਸ਼ਨ ਤੇ ਪਹੁੰਚਾਤਾ। ਅਗਲਾ ਜੰਕਸ਼ਨ ਸਾਡੇ ਵਾਸਤੇ ਕਿਹੜਾ ਹੋਏਗਾ, ਸਾਡੇ ਵਾਸਤੇ ਫੇਰਿਕਸ ਹੋਏਗਾ। ਇਹ ਧਿਆਨ ਰੱਖਣਾ, ਜਿਹਨੂੰ ਅਸੀਂ ਕੀ ਬੋਲਦੇ ਹਾਂ, ਥਰੋਟ ਬੋਲਦੇ ਹਾਂ, ਗਲਾ ਬੋਲਦੇ ਹਾਂ। ਹੁਣ ਪਹਿਲਾ ਜੰਕਸ਼ਨ ਕਵਰ ਕੀਤਾ ਮਾਊਥ, ਠੀਕ ਹੈ। ਹੁਣ ਦੂਸਰੇ ਜੰਕਸ਼ਨ ਦੀ ਗੱਲ ਕਰਾਂਗੇ ਜਿਹਨੂੰ ਅਸੀਂ ਕੀ ਬੋਲਦੇ ਹਾਂ, ਫੇਰਿਕਸ ਬੋਲਦੇ ਹਾਂ, ਇਹਨੂੰ ਅਸੀਂ ਗਲਾ ਬੋਲਦੇ ਹਾਂ। ਹੁਣ ਗਲੇ ਦਾ ਮੇਨ ਕੰਮ ਕੀ ਹੋਊਗਾ, ਗਲੇ ਦਾ ਮੇਨ ਕੰਮ ਸਿਰਫ ਅੰਨਾ ਕੀ ਹੁੰਦਾ ਕਿ ਜਿਹੜਾ ਖਾਣਾ ਫੂਡ ਨੇ ਮਤਲਬ ਜਿਹੜਾ ਖਾਣਾ ਸਾਡੇ ਮਾਊਥ ਨੇ ਲਿੱਤਾ ਸੀਗਾ ਉਹ ਹੁਣ ਅਗਲੇ ਜੰਕਸ਼ਨ ਤੱਕ ਪਹੁੰਚਾਊਗਾ। ਉਹ ਅਗਲਾ ਜੰਕਸ਼ਨ ਕਿਹੜਾ ਹੋਊਗਾ ਤੁਹਾਡੇ ਵਾਸਤੇ, ਓਸੀਫੈਗਸ। ਇਹ ਧਿਆਨ ਰੱਖਣਾ, ਬਸ ਗਲੇ ਦਾ ਸਿਰਫ ਇੰਨਾ ਕੁ ਕੰਮ ਹੁੰਦਾ। ਇਹਨੂੰ ਅਸੀਂ ਮਤਲਬ ਜਿਹੜਾ ਇੱਕ ਪਾਥਵੇ ਹੈ, ਕਹਿ ਸਕਦੇ ਇੱਕ ਰੂਟ ਹੈ ਜਿਹਦੇ ਵਿੱਚ ਜਿਹੜਾ ਖਾਣਾ ਸਾਡੇ ਮਾਊਥ ਨੇ ਲਿੱਤਾ ਹੈ ਉਹ ਅਗਲੇ ਜੰਕਸ਼ਨ ਤੱਕ ਪਹੁੰਚੂਗਾ, ਜਿਹਨੂੰ ਅਸੀਂ ਕੀ ਬੋਲਦੇ ਹਾਂ, ਓਸੀਫੈਗਸ ਬੋਲਦੇ ਹਾਂ। ਲੇਕਿਨ ਇਹ ਜਿਹੜੇ ਨਾਮ ਨੇ ਉਹ ਵੀ 3 ਤਰ੍ਹਾਂ ਦੇ ਨੇ, ਉਹ ਕਿਹੜੇ ਕਿਹੜੇ ਨੇ ਤੁਹਾਡੇ ਸਾਹਮਣੇ ਮੈਂਸ਼ਨ ਕੀਤੇ ਹੋਏ ਨੇ। ਪਹਿਲਾ ਸਾਡੇ ਵਾਸਤੇ ਆਉਂਦਾ ਹੈ ਨਾਸੋਫੈਰਨਕਸ, ਠੀਕ ਹੈ, और दूसरा ਸਾਡੇ ਵਾਸਤੇ ਆਉਂਦਾ ਹੈ ਔਰੋਫੈਰਨਕਸ, और ਲਾਸਟ ਸਾਡੇ ਸਾਰੇ ਵਾਸਤੇ ਆਉਂਦਾ ਹੈ ਲੈਰਿਨਗਰੋਫਲੇਰਸ। ਇਹ ਧਿਆਨ ਰੱਖਣਾ, ਇਹਨੇ 3 ਨਾਮ ਮੁਸ਼ਕਿਲ ਨਹੀਂ ਹੈ, ਮਤਲਬ 3 ਨਾਮ ਯਾਦ ਰੱਖਣੇ ਨਹੀਂ ਹੈ ਤੁਹਾਨੂੰ, ਨਾਮ ਸਿਰਫ ਯਾਦ ਰੱਖਣੇ। ਜਿਹੜੇ ਫੇਰਿਨਕਸ ਹੁੰਦਾ ਸਾਡਾ ਮੇਨ ਕੰਮ ਕਾਹਦਾ ਹੁੰਦਾ, ਇੱਕ ਜੰਕਸ਼ਨ ਤੋਂ ਦੂਸਰਾ ਜੰਕਸ਼ਨ ਮਤਲਬ ਮਾਊਥ ਤੋਂ ਲਿੱਤਾ ਹੋਇਆ ਖਾਣਾ ਉਹ ਕਿੱਥੇ ਤੱਕ ਪਹੁੰਚਾਉਂਦਾ, ਆਪਣੇ ਅਗਲੇ ਜੰਕਸ਼ਨ ਤੱਕ, ਜਿਹਨੂੰ ਅਸੀਂ ਕੀ ਬੋਲਦੇ ਹਾਂ, ਓਸੀਫੈਗਸ ਬੋਲਦੇ। ਇਹ ਧਿਆਨ ਰੱਖਣਾ, ਇਹਦਾ ਜਿਹੜਾ ਨਾਮ ਹੈ ਸਾਡੇ ਵਾਸਤੇ ਕੀ ਹੈ, ਇਹਦਾ ਨਾਮ ਸਾਡੇ ਵਾਸਤੇ ਫੇਰਿਕਸ ਹੈ, ਜਿਹਨੂੰ ਅਸੀਂ ਕੀ ਬੋਲਾਂਗੇ, ਗਲਾ। ਲੇਕਿਨ ਅਗਰ ਅਸੀਂ ਗੱਲ ਕਰੀਏ ਇੰਗਲਿਸ਼ ਦੇ ਵਿੱਚ ਤਾਂ ਉਹਨੂੰ ਅਸੀਂ ਕੀ ਬੋਲਾਂਗੇ, ਥਰੋਟ ਬੋਲਾਂਗੇ। ਇਹ ਧਿਆਨ ਰੱਖਣਾ। ਵੈਸੇ ਮੈਨੇ ਹਰੇਕ ਦੀ ਪਿਕਚਰ ਨਾਲ ਐਡ ਕੀਤੀ ਹੋਈ ਹੈ, ਅਗਰ ਮੁਸ਼ਕਿਲ ਲੱਗ ਰਹੀ ਹੈ ਪੜ੍ਹਨ ਦੇ ਵਿੱਚ ਤਾਂ ਪੰਜਾਬੀ ਵੀ ਫਿਲਹਾਲ ਤੁਸੀਂ ਚੈੱਕ ਕਰ ਸਕਦੇ ਹੋ, ਠੀਕ ਹੈ। ਹੁਣ 2 ਜੰਕਸ਼ਨ ਕਰ ਲਏ, ਮਾਊਥ ਵੀ ਕਰ ਲਿਆ, ਫੇਰਿਕਸ ਵੀ ਕਰ ਲਿਆ। ਹੁਣ ਅਗਲੇ ਜੰਕਸ਼ਨ ਦੀ ਗੱਲ ਕਰ ਰਹੇ ਤੁਹਾਡੇ ਨਾਲ, ਜੋ 3rd ਜੰਕਸ਼ਨ ਹੈ ਸਾਡੇ ਵਾਸਤੇ ਓਸੀਫੈਗਸ ਦਾ, ਠੀਕ ਹੈ, ਬਹੁਤ ਇੰਪੋਰਟੈਂਟ ਹੈ। ਮੇਨਲੀ ਇਹਦਾ ਜਿਹੜਾ ਕੰਮ ਹੁੰਦਾ ਕਾਹਦੇ ਵਾਸਤੇ ਹੁੰਦਾ, ਮੈਂ ਉਰੇ ਮੈਂਸ਼ਨ ਕਰ ਦਿੰਦਾ। ਇਹ ਜਿਹੜਾ ਤੁਹਾਡਾ ਆਪਣਾ ਫੂਡ ਹੈ ਖਾਇਆ, ਜਿਹੜਾ ਤੁਹਾਨੂੰ ਆਪਣੇ ਚਿਊ ਕੀਤਾ ਹੈ, ਇਹ ਫੂਡ ਵਾਸਤੇ ਇੱਕ ਤਰ੍ਹਾਂ ਦੇ ਕੀ ਹੈ, ਟੈਂਪਰੇਰੀ ਸਟੋਰੇਜ ਹੈ। ਇਹ ਟੈਂਪਰੇਰੀ ਤਰੀਕੇ ਦੇ ਨਾਲ ਫੂਡ ਨੂੰ ਕੀ ਕਰਦੀ ਹੈ, ਸਟੋਰ ਕਰਕੇ ਰੱਖਦੀ ਹੈ। ਉਰੇ ਸਾਰਾ ਕੁਝ ਮੈਂਸ਼ਨ ਹੈ, ਟੈਂਪਰੇਰੀ ਸਟੋਰੇਜ ਉਰੇ ਮੈਂ ਮੈਂਸ਼ਨ ਕਰ ਦਿੰਦਾ ਤਾਂ ਕਿ ਬੱਚੇ ਨੂੰ ਪਤਾ ਲੱਗ ਜੇ ਕਿ ਓਸੀਫੈਗਸ ਦਾ ਮੇਨ ਕੰਮ ਕੀ ਹੈ। ਇਹ ਟੈਂਪਰੇਰੀ ਵੇ ਦੇ ਨਾਲ ਕਹਿ ਸਕਦੇ ਆ ਕਿ ਫੂਡ ਨੂੰ ਸਟੋਰ ਕਰਕੇ ਰੱਖਦੀ ਹੈ। ਹੁਣ ਇਹ ਜਿਹੜੀ ਮਤਲਬ ਸ਼ੇਪ ਹੋਏਗੀ ਕਿਹੜੀ ਫਾਰਮ 'ਚ ਹੋਏਗੀ, ਉਹ ਫੂਡ ਪਾਈਪ ਦੀ ਫਾਰਮ 'ਚ ਹੋਊਗੀ, ਮਤਲਬ ਇੱਕ ਪਾਈਪ ਦੀ ਫਾਰਮ 'ਚ ਹੋਊਗੀ, ਜਿਹਨੂੰ ਅਸੀਂ ਕੀ ਬੋਲਦੇ, ਇਜ਼ ਆਲਸੋ ਕੋਲਡ ਅ ਫੂਡ ਪਾਈਪ ਬੋਲਦੇ ਆ। ਹੁਣ ਇਹਦਾ ਜਿਹੜਾ ਮਤਲਬ ਕਿੰਨੀ ਲੰਬੀ ਹੁੰਦੀ ਹੈ ਕਿੰਨੀ ਲੰਬੀ ਨਹੀਂ ਹੁੰਦੀ ਉਹ ਮੇਨ ਹੈ ਤੁਹਾਡੇ ਵਾਸਤੇ। ਲਾਈਕ ਪਿਕਚਰ ਦਿੱਤੀ ਹੋਈ ਹੈ, ਅੱਜ ਦਿਖਾਈ ਦੇ ਰਿਹਾ ਹੋਗਾ ਤੁਹਾਨੂੰ ਆਪਣਾ, ਇਹਨੂੰ ਅਸੀਂ ਕੀ ਬੋਲਦੇ ਹਾਂ, ਓਸੀਫੈਗਸ। ਜੋ ਕਿੰਨੇ ਮੀਟਰ ਲੌਂਗ ਹੋਏਗੀ ਇਹ ਧਿਆਨ ਰੱਖਣਾ, ਟੋਟਲ ਇਹ 25 ਸੈਂਟੀਮੀਟਰ ਲੰਬੀ ਹੁੰਦੀ ਹੈ, ਇਹ ਵੀ ਧਿਆਨ ਰੱਖਿਓ। 25 ਸੈਂਟੀਮੀਟਰ ਕੀ ਹੁੰਦੀ ਹੈ, ਲੰਬੀ ਹੁੰਦੀ ਹੈ। ਔਰ ਇਹਦਾ ਜਿਹੜਾ ਮੇਨ ਕੰਮ ਹੋਊਗਾ ਉਹ ਕੀ ਹੋਊਗਾ, ਫੇਰਿਕਸ ਤੋਂ ਜਿਹੜਾ ਫੂਡ ਸਾਨੇ ਲਿੱਤਾ ਸੀ ਓਸੀਫੈਗਸ ਤੱਕ ਪਹੁੰਚ ਗਿਆ, ਹੁਣ ਏਸੀਫੈਗਸ ਤੋਂ ਅਗਲੇ ਜੰਕਸ਼ਨ ਤੱਕ ਪਹੁੰਚਾਊਗੀ, ਉਸ ਨੂੰ ਅਸੀਂ ਕੀ ਬੋਲਦੇ ਆ, ਸਟਮਕ ਬੋਲਦੇ ਆ। ਇਹ ਧਿਆਨ ਰੱਖਣਾ, ਠੀਕ ਹੈ। ਹੁਣ ਦੇਖੋ ਇਹਦੇ 'ਚ ਡੈਫੀਨੇਸ਼ਨ ਕੀ ਹੈ, ਇਟ ਇਜ਼ ਅ ਹੋਲੋ ਟਿਊਬ। ਇਹ ਸਾਡੇ ਵਾਸਤੇ ਇੱਕ ਟਿਊਬ ਹੈ ਜੋ ਫੂਡ ਨੂੰ ਕਿੱਥੋਂ ਤੋਂ ਕਿੱਥੇ ਤੱਕ ਲੈ ਕੇ ਜਾਂਦੀ ਹੈ, ਫੇਰਿਕਸ ਤੋਂ ਸਟਮਕ ਤੱਕ ਲੈ ਕੇ ਜਾਂਦੀ ਹੈ, ਠੀਕ ਹੈ, ਮਤਲਬ ਗਲਾ, ਠੀਕ ਹੈ। ਉਸ ਤੋਂ ਬਾਅਦ ਜਿਹੜਾ ਖਾਣਾ ਹੋਊਗਾ ਓਸੀਫੈਗਸ 'ਚ, ਓਸੀਫੈਗਸ ਤੋਂ ਬਾਅਦ ਜਿਹੜਾ ਖਾਣਾ ਹੋਊਗਾ ਕਿਹਦੇ ਵਿੱਚ ਜਾਊਗਾ, ਤੁਹਾਡੇ ਆਪਣੇ ਸਟਮਕ ਤੱਕ ਜਾਊਗਾ। ਹੁਣ ਇਹ ਜਿਹੜੀ ਲੰਬਾਈ ਹੁੰਦੀ ਹੈ ਮੈਂ ਤੁਹਾਨੂੰ ਦੱਸ ਹੀ ਚੁੱਕਿਆ, ਇਹ ਸਾਡੇ ਵਾਸਤੇ 25 ਸੈਂਟੀਮੀਟਰ ਕੀ ਹੋਊਗੀ, ਲੌਂਗ ਹੋਊਗੀ, ਠੀਕ ਹੈ। ਹੁਣ ਪੇਟ ਦੀ ਗੱਲ ਕਰਦੇ ਹਾਂ, ਸਟਮਕ ਦੀ ਗੱਲ ਕਰੀਏ, ਕਿਉਂਕਿ
ਜਿਹੜਾ ਖਾਣਾ ਤੁਹਾਡਾ ਵਾਸਤੇ ਓਸੀਫੈਗਸ ਤੋਂ ਹੁਣ ਕਿੱਥੇ ਤੱਕ ਆ ਚੁੱਕਿਆ, ਸਟਮਕ ਤੱਕ ਆ ਚੁੱਕਿਆ। ਇਹ ਬਹੁਤ ਇੰਪੋਰਟੈਂਟ ਹੈ, ਇਹ ਧਿਆਨ ਰੱਖਣਾ, ਠੀਕ ਹੈ। ਹੁਣ ਅਗਰ ਜਿਹੜੀ ਦੀ ਸ਼ੇਪ ਦੇਖੀ ਹੋਵੇ ਤੁਹਾਨੂੰ ਉੱਪਰ ਪਿਕਚਰ ਦੇ ਵਿੱਚ, ਤਾਂ ਸਟਮਕ ਦੀ ਜਿਹੜੀ ਸ਼ੇਪ ਹੁੰਦੀ ਹੈ ਤੁਹਾਨੂੰ ਸਭ ਨੂੰ ਦਿਖਾਈ ਦੇ ਰਹੀ ਹੋਊਗੀ, ਜੇ ਟਾਈਪ ਹੈ ਦਿਸ ਵੇ ਨਾਲ, ਔਰ ਜੇ ਟਾਈਪ ਹੈ, ਪੂਰੀ ਪਿਕਚਰ ਤੁਹਾਨੂੰ ਦਿਖਾ ਦੇਣਾ ਇੱਕ ਵਾਰੀ, ਜੇ ਟਾਈਪ ਹੈ, ਠੀਕ ਹੈ। ਹੁਣ ਇਹ ਕਿਸ ਤਰੀਕੇ ਦੀ ਬਣੀ ਹੋਈ ਹੈ, ਕਿਸ ਤਰੀਕੇ ਦੀ ਨਹੀਂ ਹੈ, ਉਹਦੀ ਫਿਲਹਾਲ ਆਪਾਂ ਗੱਲ ਕਰਾਂਗੇ। ਸਟਮਕ ਦੇ ਵਿੱਚ ਜਿਹੜਾ ਮਤਲਬ ਜਿਹੜਾ ਕੰਮ ਕੀਤਾ ਜਾਂਦਾ ਫੂਡ ਨੂੰ ਬ੍ਰੇਕ ਡਾਊਨ ਕਰਨ ਦਾ, ਉਹ ਕਿੰਨੇ ਤਰੀਕੇ ਨਾਲ ਕੀਤਾ ਜਾਂਦਾ, ਹੁਣ ਉਹਦੀ ਆਪਾਂ ਗੱਲ ਕਰ ਰਹੇ ਹਾਂ। ਹੁਣ ਦੇਖੋ ਤੁਹਾਡੇ ਸਾਹਮਣੇ ਸਟਮਕ ਦਿੱਤਾ ਹੋਇਆ, ਜਿਹੜਾ ਸਟਮਕ ਸਾਡੇ ਵਾਸਤੇ ਕੀ ਹੈ, ਜੇ ਸ਼ੇਪਡ ਬੈਗ ਹੈ। ਕਿਹੜੀ ਸ਼ੇਪਡ ਬੈਗ ਹੈ, ਜੇ ਸ਼ੇਪਡ ਬੈਗ ਹੈ, ਜੋ ਕਾਦੀ ਬਣੀ ਹੋਈ ਹੈ, ਸਟਰਕਚਰ ਵਿਦ ਅ ਵੋਲਸ ਮੇਡ ਆਫ ਥਿਕ ਇਲਾਸਟਿਕ ਮਸਲ, ਜੋ ਕਹਿ ਸਕਦੇ ਆ ਕਿ ਇੱਕ ਆਪਣੇ 'ਚ ਬਹੁਤ ਜ਼ਿਆਦਾ ਫਲੈਕਸੀਬਲ ਹੈ, ਇੱਕ ਤਰ੍ਹਾਂ ਦੀ ਇਲਾਸਟਿਕ ਹੈ, ਬਹੁਤ ਸਾਰਾ ਖਿਚਾਵ ਹੈ ਇਹਦੇ ਵਿੱਚ, ਠੀਕ ਹੈ। ਹੁਣ ਜਿਹੜਾ ਸਟਮਕ ਦਾ ਕੰਮ ਹੋਊਗਾ ਉਹ ਕਾਹਦਾ ਕੰਮ ਹੋਊਗਾ, ਉਹ ਗੈਸਟ੍ਰਿਕ ਜੂਸਿਸ ਨੂੰ ਛੁਪਾਉਣ ਦਾ ਕੰਮ ਕਰਦੀ ਹੈ, ਸੀਕ੍ਰੇਟ ਗੈਸਟ੍ਰਿਕ ਜੂਸਿਸ ਦਾ ਕੰਮ ਕਰਦੀ ਹੈ। ਉਸ 'ਚ ਕਿੰਨੇ ਟਾਈਪ ਦੇ ਜੂਸ ਪਾਉਂਦੇ ਨੇ, ਇਹ ਵੀ ਮੇਨ ਹੈ ਸਟਮਕ ਦੇ ਵਿੱਚ। ਤਾਂ 3 ਤਰ੍ਹਾਂ ਦੇ ਜੂਸ ਪਾਉਂਦੇ ਨੇ, ਉਹ ਕਿਹੜੇ ਨੇ, ਇੱਕ ਸਾਡੇ ਵਾਸਤੇ HCl ਹੈ, ਦੂਸਰਾ ਸਾਡੇ ਵਾਸਤੇ ਮਿਊਕਸ ਹੈ, ਔਰ ਲਾਸਟ ਨੂੰ ਸਾਡੇ ਵਾਸਤੇ ਕੀ ਹੈ, ਗੈਸਟ੍ਰਿਕ ਇੰਜਾਈਮ ਹੈ। ਇਹ ਧਿਆਨ ਰੱਖਣਾ, ਜਿਹੜੀ ਸਟਮਕ ਹੈ ਉਹ 3 ਤਰ੍ਹਾਂ ਗੈਸਟ੍ਰਿਕ ਜੂਸ ਮਤਲਬ ਕਿ ਕ੍ਰੀਏਟ ਕਰਦੀ ਹੈ, ਕਹਿ ਸਕਦੇ ਆ। ਉਹ 3 ਤਰ੍ਹਾਂ ਦੇ ਕਿਹੜੇ ਨੇ, ਇੱਕ HCl ਹੈ, ਦੂਸਰਾ ਸਾਡੇ ਵਾਸਤੇ ਮਿਊਕਸ ਹੈ, ਔਰ ਲਾਸਟ ਨੂੰ ਸਾਡੇ ਵਾਸਤੇ ਕੀ ਹੈ, ਗੈਸਟ੍ਰਿਕ ਹੈ, ਠੀਕ ਹੈ। ਹੁਣ ਜਿਹੜਾ HCl ਹੈ ਉਹ ਮੈਂ ਤੁਹਾਨੂੰ ਬਾਅਦ 'ਚ ਦੱਸਦਾ, ਪਹਿਲਾਂ ਸਮਝਣ ਦੀ ਕੋਸ਼ਿਸ਼ ਕਰਾਂਗੇ ਆਪਾਂ ਗੈਸਟ੍ਰਿਕ ਦੀ। ਹੁਣ ਗੈਸਟ੍ਰਿਕ ਦੇ ਬ੍ਰੈਕਟ 'ਚ ਅਗਰ ਚੈੱਕ ਕਰਦੇ ਹੋ, 3 ਚੀਜ਼ਾਂ ਦਿੱਤੀ ਹੋਈਆਂ ਨੇ, ਪੈਪਸਿਨ, ਰੇਨ, ਔਰ ਲਾਸਟ ਨੂੰ ਦਿੱਤਾ ਹੋਇਆ ਇਹਦੇ ਵਿੱਚ ਲਿਪੇਸ। ਕਈ ਬੱਚੇ ਨੂੰ ਲਿਪਾਸ ਬੋਲਦੇ ਨੇ, ਲੇਕਿਨ ਲਿਪੇਸ, ਇਹ ਧਿਆਨ ਰੱਖਣਾ। ਹੁਣ ਗੈਸਟ੍ਰਿਕ ਇੰਜਾਈਮ ਜਿਹੜੇ 3 ਇੰਜਾਈਮ ਨੇ, ਪੈਪਸਿਨ ਦਾ ਕੰਮ ਕੀ ਹੋਊਗਾ, ਰੇਨ ਦਾ ਕੰਮ ਕੀ ਹੋਊਗਾ, ਲਿਪੇਸ ਦਾ ਕੰਮ ਕੀ ਹੋਊਗਾ, ਹੁਣ ਉਹਦੀ ਆਪਾਂ ਗੱਲ ਕਰਦੇ ਹਾਂ। ਜਿਹੜੇ ਕਿ ਲਿਪੇਸ ਹੈ ਉਹਦਾ ਜਿਹੜਾ ਕੰਮ ਹੁੰਦਾ ਮੇਨਲੀ, ਉਹ ਕਾਹਦਾ ਕੰਮ ਹੁੰਦਾ, ਫੈਟ ਨੂੰ ਇੱਕ ਤਰ੍ਹਾਂ ਦਾ ਕਹਿ ਸਕਦੇ ਆ, ਫੈਟ ਨੂੰ ਬ੍ਰੇਕ ਡਾਊਨ ਕਰਨਾ ਹੁੰਦਾ। ਫੈਟ ਬ੍ਰੇਕ ਡਾਊਨ ਲਿਖ ਦੇਣਾ ਮੈਂ ਇਕੱਲਾ ਉਰੇ, ਫੈਟ ਨੂੰ ਕੀ ਕਰਨਾ ਹੋਊਗਾ, ਬ੍ਰੇਕ ਡਾਊਨ ਕਰਨਾ, ਤੋੜਨਾ ਹੋਊਗਾ, ਮਤਲਬ ਕਿ ਤਾਂ ਕਿ ਚੰਗੇ ਤਰੀਕੇ ਨਾਲ ਅੱਗੇ ਜਾ ਕੇ ਕੀ ਹੋ ਸਕੇ, ਕਹਿ ਸਕਦੇ ਆ ਅਬਜ਼ਰਵ ਜਾਂ ਸਵੈਲੋਡ ਹੋ ਸਕੇ, ਮਿਲ ਸਕੇ ਬਾਕੀ ਚੀਜ਼ਾਂ ਦੇ ਨਾਲ, ਠੀਕ ਹੈ। ਇਹ ਧਿਆਨ ਰੱਖਣਾ, ਜਿਹੜੀ ਲਿਪੇਸ ਹੈ ਉਹ ਫੈਟ ਨੂੰ ਕੀ ਕਰਦੀ ਹੈ, ਇੱਕ ਤਰ੍ਹਾਂ ਦਾ ਬ੍ਰੇਕ ਡਾਊਨ ਕਰਦੀ ਹੈ। ਔਰ ਦੂਸਰੀ ਗੱਲ ਜਿਹੜੀ ਤੁਹਾਡੀ ਆਪਣੀ ਪੈਪਸਿਨ ਹੁੰਦੀ ਹੈ, ਹੁਣ ਉਹ ਸੁਣ ਲਓ, ਪੈਪਸਿਨ ਦਾ ਕੰਮ ਜਿਹੜਾ ਮੇਨ ਹੋਊਗਾ, ਕਾਹਦਾ ਕੰਮ ਹੋਊਗਾ, ਪੈਪਸਿਨ ਦਾ ਜਿਹੜਾ ਮੇਨ ਕੰਮ ਹੁੰਦਾ ਉਹ ਪ੍ਰੋਟੀਨ ਨੂੰ ਬ੍ਰੇਕ ਡਾਊਨ ਕਰਨਾ ਹੁੰਦਾ, ਠੀਕ ਹੈ। ਪ੍ਰੋਟੀਨ ਨੂੰ ਕੀ ਹੋਊਗਾ, ਬ੍ਰੇਕ ਡਾਊਨ ਹੋਊਗਾ, ਉਰੇ ਲਿਖ ਦੇਣਾ ਬ੍ਰੇਕ ਡਾਊਨ ਦੀ ਪ੍ਰੋਟੀਨ। ਇਹ ਵੀ ਧਿਆਨ ਰੱਖਿਓ, ਪੇਪਰ 'ਚ ਪੁੱਛ ਲੈਂਦੇ ਨੇ, ਜਿਨ੍ਹਾਂ ਦੇ ਮੇਨ ਕੰਮ ਸਾਡੇ ਵਾਸਤੇ ਉਰੇ ਮੈਂਸ਼ਨ ਕੀਤਾ ਹੋਇਆ, ਠੀਕ ਹੈ, ਪੈਪਸਿਨ ਦਾ ਮੇਨ ਕੰਮ। ਹੁਣ ਦੂਸਰੀ ਜਿਹੜੀ ਇੱਕ ਬੱਚੀ ਹੈ ਰੇਨ, ਇਹਦਾ ਜਿਹੜਾ ਕੰਮ ਹੋਊਗਾ ਉਹ ਵੀ ਸੇਮ ਹੁੰਦਾ, ਠੀਕ ਹੈ। ਰੇਨ ਦਾ ਜਿਹੜਾ ਕੰਮ ਹੋਊਗਾ ਉਹ ਵੀ ਸੇਮ ਹੁੰਦਾ, ਪ੍ਰੋਟੀਨ ਨੂੰ ਕੀ ਕਰਨਾ ਹੋਊਗਾ, ਬ੍ਰੇਕ ਡਾਊਨ ਹੋਊਗਾ, ਲੇਕਿਨ ਥੋੜਾ ਜਿਹਾ ਫਰਕ ਹੈ ਪੈਪਸਿਨ ਔਰ ਰੇਨ ਦੇ ਵਿੱਚ। ਜਿਹੜਾ ਰੇਨ ਹੈ ਉਹ ਇੱਕ ਜਿਹੜੇ ਛੋਟੇ ਬੱਚੇ ਹੁੰਦੇ ਨੇ, ਸਮੋਲ ਚਿਲਡਰਨ ਹੁੰਦੇ ਨੇ, ਠੀਕ ਹੈ, ਛੋਟੇ ਬੱਚੇ ਹੁੰਦੇ ਨੇ, ਉਹਨਾਂ ਵਿਚਕਾਰ ਕੰਮ ਕਰਦੀ ਹੈ, ਮਤਲਬ ਪ੍ਰੋਟੀਨ ਨੂੰ ਬ੍ਰੇਕ ਡਾਊਨ ਕਰਨ ਦਾ, ਸਮੋਲ ਚਿਲਡਰਨ ਛੋਟੇ ਬੱਚੇ। ਲੇਕਿਨ ਜਿਹੜੀ ਪੈਪਸਿਨ ਹੁੰਦੀ ਹੈ ਉਹ ਅਡਲਟਰਸ ਜਿਹੜੇ ਬੱਚੇ ਹੁੰਦੇ ਨੇ, ਠੀਕ ਹੈ, ਉਹਨਾਂ ਵਿਚਕਾਰ ਇਹ ਪ੍ਰੋਟੀਨ ਨੂੰ ਕੀ ਕਰਦੀ ਹੈ, ਬ੍ਰੇਕ ਡਾਊਨ ਕਰਦੀ ਹੈ। ਇਹ ਧਿਆਨ ਰੱਖਣਾ, ਪੈਪਸਿਨ ਔਰ ਰੇਨ, ਸਿੰਪਲ ਜੀ ਗੱਲ, ਠੀਕ ਹੈ। ਔਰ ਮੇਨ ਕੰਮ ਅਗਰ ਮੈਂ ਗੱਲ ਕਰਾਂ ਜਿਹੜੀ ਪੈਪਸਿਨ ਹੈ, ਉਹਦਾ ਇੱਕ ਮੇਨ ਕੰਮ ਇਹੀ ਹੁੰਦਾ ਕਿ ਜਿਹੜੇ ਤੁਹਾਡੇ ਵਾਸਤੇ ਇਹਦੇ ਵਿੱਚ ਜਿਹੜਾ ਤੁਹਾਡਾ ਆਪਣਾ ਪੈਪਸਿਨ ਹੈ ਉਹ ਇੱਕ ਤਰ੍ਹਾਂ ਦਾ ਕੀ ਹੁੰਦਾ, ਇਨਐਕਟਿਵ ਹੁੰਦਾ। ਧਿਆਨ ਰੱਖਿਓ, ਪੈਪਸਿਨ ਹਮੇਸ਼ਾ ਇਨਐਕਟਿਵ ਹੁੰਦਾ, ਇਹਨੂੰ ਐਕਟਿਵ ਕਰਨ ਦਾ ਕੰਮ ਕਿਹਦੇ ਪਾਸ ਹੁੰਦਾ, HCl ਦੇ ਪਾਸ ਹੁੰਦਾ। ਉਰੇ ਮੈंने ਮੈਂਸ਼ਨ ਵੀ ਕੀਤਾ ਕਿ ਇਹ ਪੈਪਸਿਨ ਨੂੰ ਕੀ ਕਰਦੀ ਹੈ, ਐਕਟੀਵੇਟ ਕਰਦੀ ਹੈ। ਵੈਸੇ ਤਾਂ ਜਿਹੜੀ ਗੈਸਟ੍ਰਿਕ ਐਂਜ਼ਾਈਮ ਦੇ ਵਿੱਚ ਪੈਪਸਿਨ ਹੁੰਦੀ ਹੈ ਉਹ ਇਨਐਕਟਿਵ ਹੁੰਦੀ ਹੈ, ਲੇਕਿਨ ਐਕਟੀਵੇਟ ਕੌਣ ਕਰਦਾ, ਇੱਕ ਤਰ੍ਹਾਂ ਦਾ HCl ਕਰਦੀ ਹੈ। ਇਹ ਧਿਆਨ ਰੱਖਣਾ। ਆਈ ਥਿੰਕ ਤੁਹਾਨੂੰ ਸਾਰੀ ਚੀਜ਼ਾਂ ਸਮਝ ਆ ਗਈਆਂ। ਪੈਪਸਿਨ ਦਾ ਕੰਮ ਕੀ ਹੋਊਗਾ, ਰੇਨ ਦਾ ਕੰਮ ਕੀ ਹੋਊਗਾ, ਲਿਪੇਸ ਦਾ ਕੰਮ ਕੀ ਹੋਊਗਾ, ਸਾਰਾ ਮੈਂਸ਼ਨ ਕੀਤਾ ਹੋਇਆ। ਨੈਕਸਟ ਆਓ ਥਰਡ ਇੰਜਾਈਮ ਦੀ ਗੱਲ ਕਰਾਂ ਤਾਂ ਥਰਡ ਗੈਸਟ੍ਰਿਕ ਜੂਸਿਸ ਦੀ ਗੱਲ ਕਰੀਏ ਤਾਂ ਇਹਨੂੰ ਅਸੀਂ ਕੀ ਬੋਲਦੇ ਹਾਂ, ਮਿਊਕਸ ਬੋਲਦੇ ਹਾਂ। ਹੁਣ ਜਿਹੜਾ ਮਿਊਕਸ ਹੈ ਉਹ ਕੀ ਕੰਮ ਕਰਦੀ ਹੈ, ਜਿਹੜਾ ਖਾਣਾ ਹੈ ਉਹਨੂੰ ਲੁਬਰੀਕੇਟ ਕਰਦੀ ਹੈ ਤਾਂ ਕਿ ਜਿਹੜਾ ਖਾਣਾ ਹੈ ਉਹ ਫਿਸਲ ਕੇ ਅਗਲੇ ਜੰਕਸ਼ਨ ਤੱਕ ਚਲਾ ਜਾਵੇ। ਇਹ ਧਿਆਨ ਰੱਖਣਾ, ਠੀਕ ਹੈ, ਕਿਉਂਕਿ ਐਕਚੁਅਲੀ ਜਿਹੜਾ ਫੂਡ ਹੈ ਉਹ ਸਟਮਕ ਤੱਕ ਤਾਂ ਰਹਿ ਨਹੀਂ ਸਕਦਾ, ਉਹਨੇ ਅੱਗੇ ਵੀ ਜੰਕਸ਼ਨ 'ਚ ਜਾਣਾ, ਸਮੋਲ ਇੰਟੈਸਟਾਈਨ 'ਚ ਜਾਣਾ, ਲਾਰਜ ਦੇ ਵਿੱਚ ਜਾਣਾ, ਦੈਨ ਉਸ ਤੋਂ ਬਾਅਦ ਜਿਹੜਾ ਤੁਹਾਡੇ ਵਾਸਤੇ ਵੇਸਟ ਮਟੀਰੀਅਲ ਹੈ ਉਹ ਲਾਈਕ ਕਹਿ ਸਕਦੇ ਯੂਰਿਨ ਰਾਹੀਂ ਬਾਹਰ ਵੀ ਨਿਕਲ ਸਕਦਾ ਹੈ ਜਾਂ ਫੇਸਿਸ ਰਾਹੀਂ ਬਾਹਰ ਆਊਟ ਹੋ ਸਕਦਾ ਹੈ, ਠੀਕ ਹੈ। ਤਾਂ ਇਸ ਕਰਕੇ ਕਹਿ ਸਕਦੇ ਕਿ ਜਿਹੜਾ ਮਿਊਕਸ ਹੈ ਉਹ ਕਾਹਦਾ ਕੰਮ ਕਰੂਗਾ, ਫੂਡ ਨੂੰ ਲੁਬਰੀਕੇਟ ਕਰਨ ਦਾ ਕੰਮ ਕਰੂਗਾ ਤਾਂ ਕਿ ਜਿਹੜਾ ਫੂਡ ਹੈ
अगले नैक्सट जंक्शन तक फिसल के जा सके या कह सकते हैं कि अगले जंक्शन तक जा सके। ठीक है, ये साडे वास्ते स्टमक की गल करता है, ये ध्यान रखना स्टमक। लेकिन अगर मैं गल करा स्टमक, स्टमक तो जे फॉर्म के विच है, स्टमक ने भी अगे नैक्सट जंक्शन ते जाना है फूड नूं लैके, तो नैक्सट जंक्शन साडे वास्ते जिहड़ा आऊगा साडे वास्ते किहड़ा हो, स्मॉल इंटेस्टाइन। ये ध्यान रखना, स्मॉल इंटेस्टाइन की हुण गल करते हैं। हुण जिहड़ा तुहाडा अपना स्मॉल इंटेस्टाइन है, हुण ये बहुत इंपोर्टेंट है। मैं इहदे विच तुहाडे नाल गल करूंगा, इहदे भी अगे असैसरी ऑर्गन ने, टोटल 3 तरह के असैसरी ऑर्गन इहदे विच भी ने। लीवर की हुंदा है, पैनक्रियास की हुंदे ने, गॉल ब्लैडर की हुंदा है, ये सारे तुहाडे अपने स्मॉल इंटेस्टाइन च पाई जांदियां ने। ये ध्यान रखना, तीने दी असैसरी ऑर्गनस ने, ओहदी भी आपां गल करांगे। हुण स्मॉल इंटेस्टाइन है, ਤਾਂ ਜਿਹੜਾ ਸਮੋਲ ਇੰਟੈਸਟਾਈਨ ਦਾ ਮੇਨ ਕੰਮ ਕੀ ਹੋਊਗਾ, ਜਿਹੜਾ ਸਾਰਾ ਸਾਡਾ ਆਪਣਾ ਖਾਣਾ ਹੋਏਗਾ ਉਹ ਫਾਈਨਲੀ ਇੱਥੇ ਆ ਕੇ ਕੀ ਹੋ ਜਾਊਗਾ, ਡਾਈਜੈਸਟ ਹੋ ਜਾਊਗਾ। ਡਾਈਜੈਸਟ ਵੀ ਕਹਿ ਸਕਦੇ ਆ, ਜਾਂ ਕਹਿ ਸਕਦੇ ਜਿਹੜੇ ਸਾਡੇ ਫੂਡ ਤੋਂ ਮਿਲਣ ਵਾਲੇ ਨਿਊਟ੍ਰੀਐਂਟਸ ਨੇ ਉਹ ਬਲੱਡ ਸਟ੍ਰੀਮ ਰਾਹੀਂ ਇੱਥੇ ਆ ਕੇ ਕੀ ਹੋ ਜਾਣਗੇ, ਅਬਜ਼ਰਵ ਹੋ ਜਾਣਗੇ। ਮਤਲਬ ਖੂਨ ਦੇ ਵਿੱਚੋਂ ਚਲੇ ਜਾਣਗੇ ਤਾਂ ਕਿ ਜਿਹੜੀ એનર્ਜੀ ਹੈ ਬੋਡੀ ਨੂੰ ਦਿੱਤੀ ਜਾ ਸਕੇ, ਔਰ ਜਿਹੜੇ ਸਾਡੇ ਆਪਣੇ ਸੈਲਸ ਨੇ ਉਹਨਾਂ ਨੂੰ ਰਿਪੇਅਰ ਕੀਤੀ ਜਾ ਸਕੇ। ਠੀਕ ਹੈ, लेकिन पेपर फिजिकल का साइंस का कोई पेपर नहीं है, तो ये पूछ सकते हैं कि स्मॉल इंटेस्टाइन के जो पाइप होंगी है स्ट्रक्चर वो किन्ने मीटर लॉन्ग होएगा। तो ध्यान रखना वो साढ़े वास्ते 6 तो लैके 9 मीटर तक पाई जाती है, लॉन्ग पाई जाती है। लेकिन वो किहड़ी फॉर्म के पाई जाती है, कोयल फॉर्म च पाई जाती है। ये ध्यान रखना, कोयल साढ़े वास्ते की होंगी, एक तरह दी कोयल साढ़े वास्ते तारा की फॉर्म के पाई जाती है। पिक्चर मैं थोड़ा नीचे दिखाऊंगा फिलहाल, ਉਹ ਫਿਲਹਾਲ ਤੁਸੀਂ ਸਮਝ ਲੈਣਾ ਵੀ ਕਿਹੜੀ ਕਿਹੜੀ ਚੀਜ਼ ਇਹਦੇ ਵਿੱਚ ਐਕਚੁਅਲ ਦੇ ਵਿੱਚ ਹੈਗੀ ਹੈ। ਤਾਂ ਸਮੋਲ ਇੰਟੈਸਟਾਈਨ ਫੂਡ ਨੂੰ ਡਾਈਜੈਸਟ ਕਰਦੀ ਹੈ, ਨਿਊਟ੍ਰੀਐਂਟਸ ਨੂੰ ਅਬਜ਼ਰਵ ਕਰਦੀ ਹੈ, ਔਰ ਜਿਹੜਾ ਤੁਹਾਡੇ ਵਾਸਤੇ ਲੰਬੀ ਕਿੰਨੀ ਹੁੰਦੀ ਹੈ, 6 ਤੋਂ ਲੈ ਕੇ 9 ਮੀਟਰ ਤੱਕ ਕੀ ਪਾਈ ਜਾਂਦੀ ਹੈ, ਇਹ ਲੰਬੀ ਪਾਈ ਜਾਂਦੀ ਹੈ। ਨਾਮ ਸਮੋਲ ਇੰਟੈਸਟਾਈਨ ਹੈ, ਲੇਕਿਨ ਇਹਦੀ ਜਿਹੜੀ ਲੰਬਾਈ ਹੈ ਸਾਡੇ ਵਾਸਤੇ ਕੀ ਹੈ, 6 ਤੋਂ ਲੈ ਕੇ 9 ਤੱਕ ਦੀ ਹੈ। ਇਹ ਧਿਆਨ ਰੱਖਣਾ। ਠੀਕ ਹੈ, ਥੋੜਾ ਜਿਹਾ ਫਰਕ ਹੈ, ਡਿਫਰੈਂਸ ਦੱਸੂਗਾ ਕਿ ਸਮੋਲ ਇੰਟੈਸਟਾਈਨ ਔਰ ਲਾਰਜ ਇੰਟੈਸਟਾਈਨ 'ਚ ਕੀ ਫਰਕ ਹੈ। लेकिन नाम स्मॉल इंटेस्टाइन है हुण तक, और लंबी बहुत होंगी है। लंबी कितनी होंगी है, 6 तो लैके 9 मीटर तक की पाई जाती है, लंबी पाई जाती है। ये ध्यान रखना, पिक्चर दिखाई दे रही होगी। उस तो बाद नैक्सट अगर मैं गल करा तुहाडे वास्ते, तो ये अपने स्मॉल इंटेस्टाइन च 3 पार्ट्स पाए जाते हैं। पार्ट्स कह रहे हैं, असैसरी ऑर्गन नहीं कह रहे। पार्ट्स किहड़े किहड़े ने, जो फिलहाल फूड ਨੂੰ ही कह सकते हैं कि एक जंक्शन दूजे जंक्शन तक पहुँचाते हैं। तो पहला पॉइंट आता साढ़े वास्ते ड्यूडेनम, ये ध्यान रखना। दूसरा साढ़े वास्ते की आंदा जेजिनम, और लास्ट साढ़े वास्ते की आंदा इलियम। इस फिलहाल फूड ਨੂੰ एक तरह की कह सकते हैं कि च्यू करके अगले जंक्शन तक, फिर उस तो अगले जंक्शन तक, फिर अगले जंक्शन तक। लेकिन हैगे किहदे पार्ट्स ने, थोड़े अपने स्मॉल इंटेस्टाइन के पार्ट्स ने। ये ध्यान रखना। ठीक है, आज दिखाई दे रही होगी तुहानूं अपनी स्मॉल इंटेस्टाइन। ठीक है, जो साढ़े वास्ते कोयल की फॉर्म के विच ही है, दिखाई दे रही होगी फिलहाल। क्लीयर है जी, इन्ना बड़ा पॉइंट आप सीक्वेंस च करके आए हैं, आई थिंक इतों पता लग गया होगा। स्मॉल इंटेस्टाइन की अगियां 3 पार्ट्स की गल करिए तो साढ़े वास्ते केड़ी है, ड्यूडेनम है, जेजिनम है और इलियम है। लेकिन स्मॉल इंटेस्टाइन बहुत छोटा नहीं है, बहुत बड़ा है। ਇਹਦੇ ਵਿੱਚ ਅੱਗੇ 3 ਅਸੈਸਰੀ ਆਰਗਨ ਪਾਏ ਜਾਂਦੇ ਨੇ। ਉਹ ਕਿਹੜੇ ਨੇ, ਜਿਹਦੇ ਵਿੱਚ ਮੈਂ ਗੱਲ ਕਰੂੰਗਾ ਫਸਟ ਅਸੈਸਰੀ ਆਰਗਨ ਦੀ, ਜੋ ਤੁਹਾਡੇ ਆਪਣੇ ਸਮੋਲ ਇੰਟੈਸਟਾਈਨ ਦੇ ਪਾਰਟ ਹੈ। ਸਾਡੇ ਵਾਸਤੇ ਫਸਟ ਆਂਦਾ ਲੀਵਰ। ਹੁਣ ਧਿਆਨ ਰੱਖਣਾ ਲੀਵਰ ਕੀ ਹੈ। ਪਹਿਲੀ ਗੱਲ ਤਾਂ एक तरह का जो लीवर है वो मेन ऑर्गन है। ये ध्यान रखियो, स्मॉल इंटेस्टाइन के विच जो लीवर है वो मेन ऑर्गन है, जो फूड को की करता है, डाइजैसट करता है। ये ध्यान रखियो। ठीक है, फर्स्ट पॉइंट साडे सामने मैंशन किया गया है। बॉडी की सब तो बड़ी लार्जेस्ट ग्लैंड साडे वास्ते की है, लीवर है, जिहड़ा साडे वास्ते वेट के पाया जाऊगा 1.5 किलो का, 1.5 kg का की पाया जाता, वेट पाया जाता है। हुण जिहड़ा लीवर है उसका मेन काम की होगा, एक बाइल की करती है, क्रिएट करती है, या कह सकते एक बाइल जूस जो है की करता है, प्रोड्यूस करता है। ਇਹਦਾ कलर पुछ लेंगे ने, कलर किस तरह का होंगे। तो ध्यान रखियो, जो कलर पाया जाता कलर साढ़े वास्ते केड़ा होगा, ग्रीनिश येलो होएगा। ठीक है, बाइल की होगा, डाइजेस्टिव जूस होंगे जिसका कलर की पाया जाता एक तरह का ग्रीनिश येलो डाइजेस्टिव जूस है। वह मेन काम की होगा, और तुम दस ही चुक्या कि फूड में डाइजेस्ट करने वास्ते की एक तरह का हैल्पफुल करती है। बस इन्ना कि तुसीं याद रखना है। और दूसरी गल, जिहड़ा लीवर है, ठीक है, वो मेनली किनू तोड़ता है, फैट नू ब्रेक डाउन करता है। ये उरे मैंशन कर देना, जिहड़ा तुहाडा अपना लीवर है वो मेनली की काम करता है, फैट नू की करता है, ब्रेक डाउन करता है, चर्बी जिन्हों तुसीं बोलदे हो फिलहाल। ठीक है, ध्यान रखना। ठीक है, नैक्सट आओ गॉल ब्लैडर। बहुत बारी नाम सुनिया हुआ है, जिन्होंने असीं पित्ता बोलते हैं।
ठीक है। तो हुण जिहड़ा तुहाडा अपना लीवर दे विच एक तरह का बाइल जूस जिहड़ा क्रिएट होया सी है ना, जिन्हें असीं डाइजेस्टिव एक तरह जूस कहने आ, बाइल जिहड़ा उपर प्रोड्यूस होया सी ओह बाइल आके कित्थे आके स्टोर हो जाता है, गॉल ब्लैडर च स्टोर हो जाता है। लेकिन किहड़ी फॉर्म च? हमेशा टैंपरेरी फॉर्म दे विच की होगा, एक तरह का स्टोर होगा। रिपीट कर देना, लीवर दे विच जिहड़ा तुहाडा अपना बाइल जिन्हें असीं डाइजेस्टिव जूस बोलते हैं वह प्रोड्यूस होया सी, वो अगे नैक्सट जंक्शन ते की हो जाता है, ट्रांसफर हो जाता है। और नैक्सट जंक्शन साडे वास्ते की है? असैसरी ऑर्गन है तुहाडा अपना गॉल ब्लैडर। गॉल ब्लैडर हुण इह किहड़ी फॉर्म च पाया जाता है? तुहानूं सब नूं पता है, स्मॉल पी दी फॉर्म च पाया जाता है। सब तो एक छोटा जिहा कह सकते हैं मटर, जिन्होंने असीं पी बोलते हैं, मटर की शेप दे विच पाया जाता है। ਇਹ बिल्कुल लीवर की बैक साइड पर होंगे। ये ध्यान रखना, बिल्कुल छोटा जिहा अंग है, लीवर की किहड़ी साइड पर पाया जाता है? एक तरह का देखा जाए तो दिखाई दे रहा होगा ये जी गॉल ब्लैडर है, ये लीवर की बिल्कुल पिछली साइड पर अंडरनीथ लिखा हुआ ना, बिल्कुल बैक साइड एक तरह का पाया जाता है। ठीक है। और दूसरी गल अगर मैं गल करा बाइल की, तो दसिया सीगा लीवर जो बाइल प्रोड्यूस करूगा और टैंपरेरी वे देना कित्थे आके स्टोर हो जाता है? गॉल ब्लैडर से। ठीक है, ये ध्यान रखना, बस इन्ना कि याद रखियो। ये असैसरी ऑर्गन है तुहाडे अपना कादा? स्मॉल इंटेस्टाइन का। तीन ने ना असैसरी ऑर्गन। दूसरी गल कर ली, और तीजा तुहाडे वास्ते किहड़ा आ जाऊगा? पैनक्रियाज। ठीक है, ये भी एक तरह का की है, बाइल जूस नूं की करदा है, मतलब एक तरह प्रोड्यूस करन तो बाद अगले जंक्शन तक पहुंचाउंदा है, काम करदा है। इस किहड़े किहड़े जूस हुंदे ने ये भी ध्यान रखियो। पहला आंदा तुहाडे वास्ते पैनक्रियाटिक एजाइलम, और दूसरा साडे वास्ते आंदा इहदे विच टाइपिजन, और लास्ट में तुहाडे वास्ते की आंदा इहदे विच लिपेज। हुण जिहड़ा तुहाडे वास्ते फर्स्ट है जिहदी आपां गल करदे हां, इहदे विच की करदा है? एक कार्बोहाइड्रेट नूं डाइजेस्ट करदा है, एक प्रोटीन नूं डाइजेस्ट करूगा, और दूसरा तुहाडे वास्ते कादा एक तरह का एक कह सकते हैं कि जिहड़ा साने खाया है, ठीक है, फैट कहते हैं, तो उन्होंने की करूगा? एक तरह का डाइजेस्ट करूगा। ये तुहाडे अपने स्मॉल इंटेस्टाइन के की एक तरह के तीन असैसरी ऑर्गन ने, किहड़े किहड़े ने? लीवर हो गया, गॉल ब्लैडर हो गया, और लास्ट में तुहाडे वास्ते किहड़ा? एक तरह का पैनक्रियाज। इन्हां दी हैल्प दे नाल, ठीक है, अगे जिहड़ा फूड होएगा स्मॉल इंटेस्टाइन तो कित्थे तक पहुंचूगा? तुहाडे अपने लार्ज इंटेस्टाइन। ये ध्यान रखियो, लार्ज इंटेस्टाइन तक पहुंचूगा। हुण इहनूं लार्ज क्यों बोलते हैं, उन्होंने स्मॉल क्यों बोलते हैं? ये ध्यान रखियो की चीज़ है। जिहड़ी स्मॉल इंटेस्टाइन है ਉਹਦੀ ਜਿਹੜੀ ਪਾਈਪ टाइप स्ट्रक्चर है वो हैगी तो लंबी है, लेकिन वो डायमीटर साडे वास्ते की है? छोटा है। लेकिन जो लार्ज इंटेस्टाइन है वो हैगी तो छोटी है, ठीक है, मतलब लंबाई की फॉर्म के कह रहे हैं, हैगी तो लॉन्ग घट है, लेकिन वो डायमीटर मतलब होंगे मोटाई, ठीक है, वो साडे वास्ते बहुत बड़ी है। रिपीट कर देना, स्मॉल इंटेस्टाइन जी हैगी तो लॉन्ग है, लॉन्ग कितनी है? 6 तो लैके 9 मीटर तक लॉन्ग है, लेकिन लार्ज इंटेस्टाइन साडे वास्ते 1.5 मीटर ही लॉन्ग है, ठीक है। लेकिन स्मॉल इंटेस्टाइन का डायमीटर साडे वास्ते छोटा है, और लार्ज इंटेस्टाइन डायमीटर साडे वास्ते की है? बड़ा है, मतलब मोटाई की गल कर रहे हैं, ठीक है। और दूसरी गल एक किहड़ी फॉर्म च पाई जाती है? लार्ज इंटेस्टाइन एक कॉलन की फॉर्म च पाई जाती है। ਇਹਦੇ भी अगे मतलब पार्ट्स होंगे ने, किहड़े किहड़े ने और फिलहाल तुसीं पढ़ने नहीं है, लेकिन नाम याद रखने ने। पहला आ गया तुहाडे वास्ते असेंडिंग कॉलन, दूसरा साडे वास्ते आंदा ट्रांसवर्स कॉलन, लास्ट में तुहाडे वास्ते थर्ड वन तुहाडे वास्ते आंदा डिसेंडिंग कॉलन, और लास्ट में तुहाडे वास्ते किहड़ा आंदा सिग्मोइड कॉलन। ये ध्यान रखना, ये पार्ट्स ने लार्ज इंटेस्टाइन दे। हुण मैंने तुहानूं कहा सीगा खाना इत्थे डाइजेस्ट नहीं हुंदा, खाना तुहाडा अपना स्मॉल इंटेस्टाइन च डाइजेस्ट हुंदा है, इस कोई डाइजेशन नहीं हैगी। लेकिन जिहड़ा स्मॉल इंटेस्टाइन है ਇਹਦਾ ਜਿਹੜਾ मेन काम की ਹੁੰਦਾ सिर्फ और सिर्फ फूड ਨੂੰ नहीं करना, कल्ले पानी ਨੂੰ ऑब्जर्व करना ਹੁੰਦਾ। जो ਅਸੀਂ पीने हैं ना पानी या सॉफ्ट ड्रिंक या हार्ड ड्रिंक जो भी पीने हैं, ठीक है, वो ਸਾਡੇ वास्ते एक तरह का ऑब्जर्व करता है। लेकिन फूड ਨੂੰ डाइजेस्ट करने का काम स्मॉल इंटेस्टाइन के पास है, ना कि लार्ज इंटेस्टाइन के पास। ये ध्यान रखना, नाम लार्ज है लेकिन दी लंबाई ਸਾਡੇ वास्ते घट है, लेकिन डायमीटर ਸਾਡੇ वास्ते की है? बहुत बड़ा है। ये दिखाई दे रहा होगा ਤੁਹਾਨੂੰ मोटाई किड्डी बड़ी है, लेकिन लॉन्ग साडे वास्ते घट है। लॉन्ग किन्ने? सिर्फ 1.5 मीटर। अगर मैं स्मॉल की गल करा तो स्मॉल साडे वास्ते कितना लॉन्ग है? 6 तो लैके 9 मीटर। ये ध्यान रखना, लेकिन उसका डायमीटर छोटा है, ठीक है, ये भी ध्यान रखियो, मोटाई घट है उसकी। उस तो बाद नैक्सट स्मॉल इंटेस्टाइन हो गया। हुण स्मॉल इंटेस्टाइन तो भी अगे जो वेस्ट मटीरियल बच जाता है, एक फूड बच जाता है जिहदी शरीर को कोई लोड़ नहीं हैगी, ठीक है, तो वह कित्थे आके जमा हो जाता है? रैक्टम, इस जगह पर, ठीक है, ध्यान रखियो। सैकेंड लास्ट जंक्शन है रैक्टम।
ਹੁਣ ਇੱਥੇ ਕੀ ਹੋਊਗਾ, ਟੈਂਪਰੇਰੀ ਵੇਸਟ ਸਟੋਰੇਜ। ਇੱਕ ਤਰ੍ਹਾਂ ਦਾ ਜਦੋਂ ਤੱਕ ਬੋਡੀ ਤੁਹਾਡੇ ਆਪਣੇ ਵੇਸਟ ਮਟੀਰੀਅਲ ਨੂੰ ਆਊਟ ਨਹੀਂ ਕਰ ਦਿੰਦੀ ਨਾ, ਤਾਂ ਉਦੋਂ ਤੱਕ ਤੁਹਾਨੂੰ ਇਹ ਜਿਹੜਾ ਤੁਹਾਡਾ ਆਪਣਾ ਰੈਕਟਮ ਹੈ ਇਸ ਵੇਸਟ ਮਟੀਰੀਅਲ ਨੂੰ, ਠੀਕ ਹੈ, ਜਾਂ ਜੋ ਫਜ਼ੂਲ ਹੈ, ਜੋ ਸਰੀਰ ਨੂੰ ਕੋਈ ਲੋੜ ਨਹੀਂ ਉਸ ਫੂਡ ਦੀ, ਤਾਂ ਇੱਕ ਰੈਕਟਮ ਕੀ ਕਰਦਾ, ਇਸ ਨੂੰ ਸਟੋਰ ਕਰਕੇ ਰੱਖਦਾ ਹੈ। ਜਿਹਨੂੰ ਅਸੀਂ ਆਮ ਤੌਰ ਤੇ ਕੀ ਬੋਲਦੇ ਨੇ, ਫੇਸਿਸ ਬੋਲਦੇ ਨੇ, ਸਟੂਲ ਬੋਲਦੇ ਨੇ, ਜਾਂ ਫੋਰਨ ਲੈਂਗੁਏਜ ਨੂੰ ਅਸੀਂ ਪੌਪ ਬੋਲਦੇ ਨੇ, ਠੀਕ ਹੈ, ਉੱਥੇ ਜਮ੍ਹਾਂ ਹੋ ਜਾਂਦਾ ਹੈ। ਦੋਨੋਂ ਸੇਮ ਨੇ ਪੰਜਾਬੀ ਦੇ ਵਿੱਚ, ਲੇਕਿਨ ਥੋੜਾ ਜਿਹਾ ਫਰਕ ਹੈ। ਰੈਕਟਮ ਟੈਂਪਰੇਰੀ ਸਟੋਰੇਜ ਹੈ, ਲੇਕਿਨ ਜਿਹੜਾ ਲਾਸਟ ਨੂੰ ਤੁਹਾਡੇ ਵਾਸਤੇ ਬਚਦਾ ਐਨਸ, ਇੱਕ ਤਾਂ ਲਾਸਟ ਔਰਗਨ ਹੈ ਤੁਹਾਡਾ ਆਪਣੇ ਡਾਈਜੈਸਟਿਵ ਸਿਸਟਮ ਦਾ, ਜਿਸ 'ਚ ਤੁਹਾਡੇ ਆਪਣੇ ਫੇਸਿਸ ਜਾਂ ਸਟੂਲ ਜਾਂ ਪੂਲ ਕੀ ਹੋ ਜਾਂਦੇ ਨੇ, ਬੋਡੀ ਤੋਂ ਆਊਟ ਹੋ ਜਾਂਦੇ ਨੇ, ਐਗਜ਼ਿਸਟ ਹੋ ਜਾਂਦੇ ਨੇ। ਉਹਦੇ ਵਿੱਚ ਟੈਂਪਰੇਰੀ ਸਟੋਰੇਜ ਹੈ, ਇਹਦੇ ਵਿੱਚ ਟੈਂਪਰੇਰੀ ਸਾਡੇ ਵਾਸਤੇ ਕਿ ਪਰਮਾਨੈਂਟ ਸਾਡੇ ਵਾਸਤੇ ਕੀ ਹੈ, ਆਊਟਿੰਗ ਹੈ। ਇਹ ਧਿਆਨ ਰੱਖਣਾ। ਇਹ ਐਜ਼ ਦਾ ਟੌਪਿਕ ਤੁਹਾਡਾ ਆਪਣਾ ਡਾਈਜੈਸਟਿਵ ਸਿਸਟਮ ਦੇ ਉੱਤੇ, ਜਿਹਦੇ ਵਿੱਚ ਤੁਹਾਨੂੰ ਆਪਣੇ ਸੀਕੁਐਂਸ ਆਰਡਰ ਸਾਰੀ ਚੀਜ਼ਾਂ ਕੀਤੀਆਂ ਨੇ। ਮਾਊਥ ਤੋਂ ਲੈ ਕੇ ਐਨਸ ਤੱਕ ਦੀ ਸੀਕੁਐਂਸ ਕੰਪਲੀਟ ਕੀਤੀ ਹੈ। ਕਿਹੜੇ ਕਿਹੜੇ ਐਸੈਸਰੀ ਆਰਗਨਸ ਨੇ ਜੋ ਮਾਊਥ ਦੇ ਵਿੱਚ ਪਾਏ ਜਾਂਦੇ ਨੇ, ਕਿਹੜੇ ਕਿਹੜੇ ਐਸੈਸਰੀ ਆਰਗਨ ਜਿਹੜੇ ਤੁਹਾਡੇ ਆਪਣੇ ਸਮਾਲ ਇੰਟੈਸਟਾਈਨ 'ਚ ਪਾਏ ਜਾਂਦੇ ਨੇ। ਅਗਰ ਬੱਚੇ ਨੂੰ ਕਿਸੇ ਨੂੰ ਵੀ ਕੋਈ ਡਾਊਟ ਹੈ ਤਾਂ ਇਹਦੇ ਨੀਚੇ ਤੁਹਾਡੇ ਆਪਣੇ WhatsApp ਗਰੁੱਪ ਦਿੱਤਾ ਹੈ, ਜੋ ਫ੍ਰੀ WhatsApp ਗਰੁੱਪ ਹੈ, ਉਸ ਦੇ ਵਿੱਚ ਤੁਸੀਂ ਐਡ ਹੋ ਸਕਦੇ ਹੋ, ਤਾਂ ਕਿ ਕੋਈ ਡਾਊਟ ਹੈ ਉਹਦੀ ਕਲੈਰੀਫਿਕੇਸ਼ਨ ਕੀਤੀ ਜਾ ਸਕੇ। ਥੈਂਕ ਯੂ ਸੋ ਮਚ।